मैं तो अकाली दल भी कहना गलत कहांगा, बादल दल ही कहो, क्योंकि सिर्फ उन्होंने चापलूस ही रह गए उच कोई गल। मैं समझदा किसानां दा मसला हल हो गया तो तुसीं देखियो कल नूं ये फिर इकट्ठे होणगे। मतलब दुबारे इन्हां दा गठजोड़ जिहड़ा 9 मास दा रिश्ता लोग टुੱਟਿਆ कहंदे आ, वो दुबारे जुड़ सकदा? नहीं, बिल्कुल नहीं टुੱਟਿਆ। तो सारा कुछ अज भी मैं महसूस करदा भी बीजेपी मैनिपुलेट कर रही है। ये चाहे समझौते होए, चाहे जिहड़ी सीटां दी देन लैण है, ये सारी उत्तों इशारे हो रहे। अज भी इन्हां दी अंदर खाते इक्को ही गल है। तुसीं रहे हो ਵਿੱਤ ਮੰਤਰੀ, ਤਾਂ ਜਦੋਂ ਇਹ ਗੱਲਾਂ ਬਾਤਾਂ ਖਜ਼ਾਨਾ ਖਾਲੀ ਵਾਲੀਆਂ ਹੁੰਦੀਆਂ ਨੇ, ਕਿ ਇਹ ਸੱਚਮੁੱਚ ਖਜ਼ਾਨਾ ਖਾਲੀ ਕਰਕੇ ਗਈ ਸੀ ਬਾਦਲ ਸਰਕਾਰ? ਜਿਹੜੀਆਂ ਚੁਸਤ ਚਲਾਕੀਆਂ ਹੁੰਦੀਆਂ, ਜਿਹੜੀਆਂ ਸੁਖਬੀਰ ਸਿੰਘ ਬਾਦਲ ਚੱਲਦੇ ਨੇ ਸਿਆਸੀ, ਉਹ ਲੋਕ ਅੱਜ ਸਾਰੇ ਸਮਝਦੇ ਨੇ ਉਹ ਚੱਲਣ ਵਾਲੀਆਂ ਨਹੀਂ। ਜੇ ਉਹਨਾਂ ਨੂੰ ਇਹ ਪਤਾ ਚੱਲ ਗਿਆ ਸੀ ਵੀ ਜੇ ਅਸੀਂ ਨਾ ਛੱਡੀ ਤਾਂ ਸਾਡਾ ਸਾਰਾ ਅਕਾਲੀ ਦਲ ਦੀ ਲੀਡਰਸ਼ਿਪ ਹੀ ਭੱਜ ਜੂਗੀ। ਇਹ ਮਜਬੂਰੀ ਬਸ ਛੱਡੀ ਉਹਨਾਂ ਨੇ, ਕੋਈ ਖੁਸ਼ ਹੋ ਕੇ ਨਹੀਂ ਛੱਡੀ। ਸੁਖਬੀਰ ਸਿੰਘ ਬਾਦਲ ਨੇ ਕਹਿਤਾ ਵੀ ਇੱਕ ਹਿੰਦੂ ਉਪ ਮੁੱਖ ਮੰਤਰੀ ਬਣਾਵਾਂਗੇ, फिर कहता जी असी एक दलित उप मुख मंत्री बनावांगे। मैं कहा बीबियां बेचारियां क्यों छड़तियां, एक औरत नूं भी उप मुख्यमंत्री बना दो। अज पंजाब विच आम आदमी पार्टी पैदा हुई है। जे किते अकाली दल आपदे सिद्धांतां ते खड़दा पहरा दिंदा तां आम आदमी पंजाब आम आदमी पार्टी पैदा ही नहीं सी हो सकदी। बादल परिवार की अगवाई जिहड़ा अकाली दल है, उन्होंने अकाली दल सोच, अकाली दल सिद्धांत इन्हां सारिआं नूं पिछे छड्डता, इन्हां नूं त्यागता। ਅਸੀਂ ਟੋਟਲੀ ਕੰਪਨਸੇਸ਼ਨ ਤੇ ਰਿਲਾਇੰਟ ਹਾਂ, ਕੇਂਦਰ ਸਰਕਾਰ ਤੇ ਨਿਰਭਰ ਹਾਂ ਵੀ ਜੇ ਸਾਨੂੰ ਉਹ ਬੁਰਕੀ ਸਿੱਟ ਦੇਣ ਤਾਂ ਖਾ ਲਾਂਗੇ, ਨਹੀਂ ਤਾਂ ਭੁੱਖੇ ਮਰਾਂਗੇ। 18,000 ਕਰੋੜ ਰੁਪਏ ਦਾ ਕੰਪਨਸੇਸ਼ਨ ਹੈ। ਮੈਂ ਇਹ ਵੀ ਇਸ 'ਚ ਵੀ ਕੋਈ ਸ਼ੱਕ ਨਹੀਂ ਹੋਏਗਾ ਵੀ ਹੋ ਸਕਦਾ ਹੈ ਸੈਂਟਰ ਦੀ ਬੀਜੇਪੀ ਦੀ ਲੀਡਰਸ਼ਿਪ ਨੇ ਬਹੁਜਨ ਸਮਾਜ ਪਾਰਟੀ ਤੇ ਜ਼ੋਰ ਪਾ ਕੇ ਸਮਝੌਤਾ ਕਰਾਇਆ ਹੋਵੇ ਵੀ ਤੁਸੀਂ ਜਿਹੜਾ ਹੈ ਪੰਜਾਬ 'ਚ ਅਕਾਲੀ ਦਲ ਨਾਲ ਸਮਝੌਤਾ ਕਰੋ ਤੇ ਆਹ ਸੀਟਾਂ ਦਿਓ। ਚੋਣਾਂ 2022 ਦੀਆਂ ਨੇੜੇ ਨੇ, ਸਿਆਸੀ ਮਾਹੌਲ ਕਾਫੀ ਪੰਜਾਬ ਦਾ ਗਰਮਾਇਆ ਹੋਇਆ। ਪੰਜਾਬ ਦੇ ਸਿਆਸੀ ਮੁੱਦਿਆਂ ਤੇ ਚਰਚਾ ਕਰਾਂਗੇ। ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪੰਜਾਬ ਪ੍ਰਧਾਨ ਬਣ ਜਾਂਦੇ ਨੇ, ਤੇ ਦੂਸਰੇ ਪਾਸੇ ਜੇਕਰ ਤੀਜੇ ਧੜੇ ਦੀ ਗੱਲ ਕਰ ਲਈਏ, ਯਾਨੀ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, ਤਾਂ ਉੱਥੇ ਵੀ ਬੜੀਆਂ ਕਿਆਸਰਾਈਆਂ ਉੱਠਦੀਆਂ ਨੇ ਕਿ ਕੋਈ ਸਿੱਖ ਚਿਹਰਾ ਪੰਜਾਬ ਦਾ ਮੁੱਖ ਮੰਤਰੀ ਹੋਊਗਾ। ਕੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੋਊਗਾ ਜਾਂ ਕੋਈ ਹੋਰ ਚਿਹਰਾ ਆਮ ਆਦਮੀ ਪਾਰਟੀ ਉਡੀਕਦੀ ਹੈ? ਇਹ ਸਾਰੀਆਂ ਗੱਲਾਂ ਤੇ ਚਰਚਾ ਕਰਾਂਗੇ। ਪਿਛਲੇ ਦਿਨੀ ਰਾਘਵ ਚੱਡਾ ਦਾ ਵੀ ਇੱਕ ਬਿਆਨ ਆਉਂਦਾ ਹੈ। ਰਾਘਵ ਚੱਡਾ ਆਖਦੇ ਹੈ ਕਿ ਸਾਡਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਕੋਈ ਵੀ ਨਾ ਤਾਂ ਕੋਈ ਬੈਠਕ ਹੋਈ ਹੈ ਤੇ ਨਾ ਸਾਡਾ ਕੋਈ ਗੱਠਜੋੜ ਹੋ ਰਿਹਾ। ਇਹ ਸਾਰੇ ਮਾਮਲਿਆਂ ਦੇ ਉੱਤੇ ਗੱਲਬਾਤ ਕਰਾਂਗੇ। ਮੇਰੇ ਨਾਲ ਪੰਜਾਬ ਦੇ ਸੀਨੀਅਰ ਲੀਡਰ ਪਰਮਿੰਦਰ ਸਿੰਘ ਢੀਂਡਸਾ ਜੀ ਮੌਜੂਦ ਨੇ, ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਸਰ ਬਹੁਤ ਬਹੁਤ ਸਵਾਗਤ ਹੈ ਸੁਰਖਾਬ ਟੀਵੀ ਤੇ। ਧੰਨਵਾਦ ਮਨੀ ਜੀ। ਸਰ ਸਭ ਤੋਂ ਪਹਿਲਾ ਸਵਾਲ ਮੇਰਾ, ਜਿਵੇਂ ਮੈਂ ਰਾਘਵ ਚੱਡਾ ਦਾ ਜ਼ਿਕਰ ਕੀਤਾ, ਰਾਘਵ ਚੱਡਾ ਦਾ ਪਿਛਲੇ ਦਿਨੀ ਬਿਆਨ ਆਉਂਦਾ, ਉਹ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਸਾਡਾ ਕੋਈ ਵੀ ਗਠਬੰਧਨ ਹੋਣ ਵਾਲਾ ਨਹੀਂ ਹੈ। ਕਿੱਥੇ ਤਾਂ ਇਹ ਗੱਲ ਬਹੁਤ ਮੀਡੀਆ ਦੇ ਅੰਦਰ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਕਿ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਇਕੱਠਾ ਹੋਣ ਜਾ ਰਿਹਾ, ਗੱਠਜੋੜ ਹੋਣ ਜਾ ਰਿਹਾ। ਵਾਰ-ਵਾਰ ਥੋੜ੍ਹੇ ਜਿਹੇ ਸਮੇਂ ਬਾਅਦ ਇਹ ਗੱਲਾਂ ਉੱਠਦੀਆਂ ਨੇ ਤੇ ਫਿਰ ਇਹ ਠੰਡੀਆਂ ਹੋ ਕੇ ਰਹਿ ਜਾਂਦੀਆਂ। ਇਹਦਾ ਕੀ ਕਾਰਨ? ਦੇਖੋ ਮਨੀ ਜੀ, ਪਹਿਲੀ ਗੱਲ ਤਾਂ ਜਿਵੇਂ ਉਹਨਾਂ ਨੇ ਕਿਹਾ ਸਾਡੀ ਕੋਈ ਗੱਲਬਾਤ ਨਹੀਂ ਚੱਲ ਰਹੀ ਸੀ, ਕਿਉਂਕਿ ਅਸੀਂ ਆਪਦੀ ਪਾਰਟੀ ਨੂੰ ਸੰਗਠਿਤ ਕਰਨ ਲਈ, ਉਹਨੂੰ ਮਜ਼ਬੂਤ ਕਰਨ 'ਤੇ ਲੱਗੇ ਹੋਏ ਹਾਂ। ਅਤੇ ਇਹ ਮੇਰੀ ਵੀ ਸਮਝ ਨਹੀਂ ਆਉਂਦੀ ਵੀ ਇਹ ਗੱਲਾਂ ਕਿਉਂ ਉਠਾਈਆਂ ਜਾਂਦੀਆਂ, ਕੌਣ ਚੱਕਦਾ ਹੈਗਾ। ਹੋ ਸਕਦਾ ਹੈ ਕੋਈ ਵਿਰੋਧੀ ਪਾਰਟੀਆਂ ਜਿਹੜੀਆਂ ਚਾਹੁੰਦੀਆਂ ਨੇ ਵੀ ਇਸ ਚੀਜ਼ ਨੂੰ ਉਛਾਲ ਕੇ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਦਾ ਲੋਕਾਂ 'ਚ ਭਰਮ ਪਾਇਆ ਜਾਵੇ, ਕੁਛ ਕੀਤਾ ਜਾਵੇ, ਉਹਨਾਂ ਦੀ ਕੋਈ ਸ਼ਰਾਰਤ ਹੋ ਸਕਦੀ ਹੈ। ਇਨਫੈਕਟ ਮੇਰੀ ਜਿਹਦੇ ਮੁੱਦਾ ਉੱਠਿਆ ਤਾਂ ਮੈਂ ਜਿਹੜੇ ਜੋਤੀ ਕਮਲ ਨੇ, ਜਿਹੜੇ ਨਿਊਜ਼ 18 ਦੇ ਐਡੀਟਰ, ਮੈਂ ਉਹਨਾਂ ਨਾਲ ਗੱਲ ਕੀਤੀ ਅਤੇ ਮੈਂ ਕਿਹਾ ਜੀ ਇਹ ਗੱਲ ਉੱਠਣੀ ਚਾਹੀਦੀ, ਕਿਉਂ ਉੱਠੀ? ਤੁਸੀਂ ਜਿਹੜਾ ਹੈ ਸਾਡੇ ਵੱਲੋਂ ਕਿਸੇ ਦੇ ਵੱਲੋਂ ਕੋਈ ਪਾਰਟੀ ਦਾ ਇਹ ਨਹੀਂ ਬਿਆਨ ਹੈਗਾ, ਆਮ ਆਦਮੀ ਪਾਰਟੀ ਦਾ ਕੋਈ ਬਿਆਨ ਨਹੀਂ ਵੀ ਉੱਠਣੀ ਨਹੀਂ ਚਾਹੀਦੀ, ਵੀ ਇਹ ਜਾਣ-ਬੁੱਝ ਕੇ ਕੋਈ ਸ਼ਰਾਰਤ ਕਰ ਰਿਹਾ। ਤਾਂ ਉਹਨਾਂ ਨੇ ਸਿਰਫ ਇੱਕੋ ਹੀ ਮੈਨੂੰ ਜਵਾਬ ਦਿੱਤਾ ਵੀ ਸਾਡੀ ਕੋਈ ਇੰਟਰਨਲ ਜਿਹੜੇ ਸਾਡੇ ਸੋਰਸਿਸ ਨੇ, ਸਾਨੂੰ ਆਮ ਆਦਮੀ ਪਾਰਟੀ ਦੇ ਵਿੱਚ ਹੀ ਸਾਡੇ ਕਿਸੇ ਸੋਰਸ ਤੋਂ ਪਤਾ ਚੱਲਿਆ। ਅਤੇ ਮੈਂ ਕਿਹਾ ਜੀ ਇਹ ਤਾਂ ਜਿਹੜਾ ਹੈ ਕੋਈ ਠੀਕ ਨਹੀਂ ਹੈ, ਕੋਈ ਜਿਹੜਾ ਤੁਹਾਡਾ ਜਵਾਬ ਵੀ ਕੋਈ ਵੀ ਜਿਹੜੀ ਤੁਸੀਂ ਖਬਰ ਛਾਪਦੇ ਹੋ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਆਧਾਰ 'ਤੇ ਹੋਣੀ ਚਾਹੀਦੀ ਹੈ। ਸੋ ਉਹਨਾਂ ਨੇ ਉਸ ਗੱਲ ਨੂੰ ਗੋਲ-ਮੋਲ ਕਰਤਾ। ਚਲੋ, ਪਰ ਮੈਂ ਇਹ ਮਹਿਸੂਸ ਕਰਦਾਗਾ ਵੀ ਇਹ ਗੱਲ ਕੋਈ ਐਸੀ ਨਹੀਂ ਸੀਗੀ। ਬਾਕੀ ਜਿਹੜੀ ਗੱਲ ਹੈ ਆਮ ਆਦਮੀ ਪਾਰਟੀ ਦੀ,
ਉਹਨਾਂ ਦਾ ਫੈਸਲਾ 117 ਸੀਟਾਂ ਤੇ ਲੜਨ ਦਾ, ਉਹ ਹਰ ਪਾਰਟੀ ਦਾ ਆਪਦਾ ਫੈਸਲਾ ਹੈ, ਅਸੀਂ ਤਾਂ ਉਹਨੂੰ ਕੀ ਕਹਿ ਸਕਦੇ। ਢੀਂਡਸਾ ਸਾਹਿਬ ਕੋਈ ਗੱਲਬਾਤ ਹੋਈ ਹੈ ਗਠਬੰਧਨ ਨੂੰ ਲੈ ਕੇ ਪਾਰਟੀ ਨਾਲ? ਨਹੀਂ, ਕੋਈ ਗੱਲਬਾਤ ਨਹੀਂ ਸੀ ਹੋਈ। ਅੱਛਾ, ਜਿਵੇਂ ਮੈਂ ਤੁਹਾਨੂੰ ਦੱਸਿਆ, ਨਹੀਂ, ਅਪ੍ਰੈਲ ਦੇ ਵਿੱਚ ਅਸੀਂ ਇੱਕ ਵਾਰ ਮਿਲੇ ਸੀ, ਉਸ ਤੋਂ ਬਾਅਦ ਕੋਈ ਅਸੀਂ ਕਿਸੇ ਲੀਡਰ ਦੇ ਨਾਲ ਗੱਲਬਾਤ ਨਹੀਂ ਹੋਈ। ਇਹ ਤਾਂ ਜਿਹੜੀਆਂ ਨੇ ਕੁਛ ਨਾ ਕੁਛ ਵੈਸੇ ਹੀ ਲੋਕ ਕਿਆਸਰਾਈਆਂ ਲਾਉਂਦੇ ਰਹਿੰਦੇ ਆ, ਪਤਾ ਨਹੀਂ ਕੀ ਕਾਰਨ ਹੈ ਇਹਦਾ। ਬੀਤੇ ਦਿਨ ਹੀ ਸੁਖਦੇਵ ਸਿੰਘ ਢੀਂਡਸਾ ਦਾ ਬਿਆਨ ਆਉਂਦਾ 117 ਸੀਟਾਂ ਤੇ ਚੋਣਾਂ ਲੜਨ ਦਾ। ਕੀ ਅਕਾਲੀ ਦਲ ਸੰਯੁਕਤ ਚੋਣਾਂ ਲੜੂਗਾ 117 ਸੀਟਾਂ? ਦੇਖੋ, ਸਾਡਾ ਨਿਸ਼ਾਨਾ ਤਾਂ ਇਹੀ ਹੈ ਵੀ ਅਸੀਂ ਇੱਕ ਮਜ਼ਬੂਤ ਧਿਰ ਬਣ ਕੇ ਉੱਭਰੀਏ। ਉਹਦੇ ਵਾਸਤੇ ਸਾਨੂੰ 117 ਦੀਆਂ ਲੜਨੀਆਂ ਪੈਂਦੀਆਂ, ਅਸੀਂ ਲੜਾਂਗੇ। ਸੋ ਸਾਡਾ ਨਿਸ਼ਾਨਾ ਹੈ ਕਿ ਅਸਲ ਅਕਾਲੀ ਦਲ ਸੁਰਜੀਤ ਕਰਨਾ ਹੈ। ਜਿਹੜੀ ਅਕਾਲੀ ਦਲ ਦੀ ਸੋਚ ਸੀ, ਵਿਚਾਰਧਾਰਾ ਸੀ, ਉਹਨੂੰ ਮਜ਼ਬੂਤ ਕਰਨਾ ਹੈ, ਕਿਉਂਕਿ ਮੌਜੂਦਾ ਜਿਹੜੀਆਂ ਪਰਿਸਥਿਤੀਆਂ ਵਿੱਚ ਬਾਦਲ ਪਰਿਵਾਰ ਦੀ ਅਗਵਾਈ ਜਿਹੜਾ ਅਕਾਲੀ ਦਲ ਹੈ, ਉਹਨਾਂ ਨੇ ਅਕਾਲੀ ਦਲ ਸੋਚ, ਅਕਾਲੀ ਦਲ ਸਿਧਾਂਤ, ਇਹਨਾਂ ਸਾਰਿਆਂ ਨੂੰ ਪਿੱਛੇ ਛੱਡਤਾ, ਇਹਨਾਂ ਨੂੰ ਤਿਆਗਤਾ। ਕੀ ਲੱਗਦਾ ਹੈ ਕਿ ਅਕਾਲੀ ਦਲ ਪਰਿਵਾਰਵਾਦ ਰਹਿ ਗਿਆ ਬਾਦਲ ਪਰਿਵਾਰ ਦਾ ਸਾਰਾ? ਮੈਂ ਇਹ ਗੱਲ ਮੰਨਦਾਗਾ ਵੀ ਪਰਿਵਾਰਵਾਦ ਤੋਂ ਵੀ ਵੱਧ ਜਿਹੜੇ ਅਕਾਲੀ ਸਿਧਾਂਤਾਂ ਨੂੰ, ਵਿਚਾਰਧਾਰਾ ਨੂੰ ਛਿੱਕੇ ਟੰਗੇ ਇਹਨਾਂ ਨੇ, ਉਹ ਸਭ ਤੋਂ ਵੱਡੀ ਸੱਟ ਮਾਰੀ ਹੈ। ਢੀਂਡਸਾ ਸਾਹਿਬ, ਇੱਕ ਗੱਲ ਕਹੀ ਜਾਂਦੀ ਹੁੰਦੀ ਹੈ ਕਿ ਤੁਸੀਂ 2012 ਤੋਂ ਲੈ ਕੇ 17 ਤੱਕ ਪਾਰਟੀ ਦੇ ਵਿੱਚ ਰਹੇ ਹੋ, ਬਹੁਤ ਪੁਰਾਣੇ ਵਰਕਰ ਹੋ, ਤੁਹਾਡੇ ਪਿਤਾ ਜੀ ਵੀ ਬਹੁਤ ਸਾਰਾ ਸਮਾਂ ਬਾਦਲ ਸਾਹਿਬ ਨਾਲ ਗੁਜ਼ਾਰਿਆ ਉਹਨਾਂ ਨੇ, ਕਿ ਉਦੋਂ ਇਹ ਜਿਹੜੇ ਬੇਬਾਕ ਤੁਸੀਂ ਬੋਲਦੇ ਹੋ, ਜਿਵੇਂ ਹੁਣ ਬੋਲਦੇ ਹੋ, ਉਦੋਂ ਕਿਉਂ ਨਹੀਂ ਨਜ਼ਰ ਆਏ? ਦੇਖੋ, ਬਿਲਕੁਲ ਬੋਲੇ, ਪਾਰਟੀ ਦੇ ਵਿੱਚ ਰਹਿ ਕੇ ਬੋਲੇ, ਅਖਬਾਰਾਂ ਦੇ ਵਿੱਚ ਵੀ ਖਬਰਾਂ ਛਪਦੀਆਂ ਰਹੀਆਂ, ਜਿਹੜੀਆਂ ਗੱਲਾਂ ਢੀਂਡਸਾ ਸਾਹਿਬ ਨੇ ਚੱਕੀਆਂ ਪਾਰਟੀ ਪਲੇਟਫਾਰਮ ਦੇ ਵਿੱਚ। ਕੋਈ ਵੀ ਪਰਿਵਾਰ ਦੇ ਵਿੱਚ ਕੋਈ ਜਦ ਦੋ ਰਾਏ ਹੁੰਦੇ, ਝਗੜਾ ਹੁੰਦਾ, ਆਪਾਂ ਪਹਿਲੇ ਦਿਨ ਹੀ ਥੋੜ੍ਹਾ ਆ ਕੇ ਗਲੀ 'ਚ ਆ ਕੇ ਲੜਾਈ ਸ਼ੁਰੂ ਕਰ ਦਿੰਦੇ ਹਾਂ, ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਹਾਂ। ਪਹਿਲਾਂ ਤਾਂ ਬੰਦਾ ਪਰਿਵਾਰ ਦੇ ਵਿੱਚ ਬਹਿ ਕੇ ਗੁੱਸੇ ਗਿਲੇ ਦੂਰ ਕਰਨ ਦੀ ਕੋਸ਼ਿਸ਼ ਕਰਦਾ, ਅਤੇ ਕੋਸ਼ਿਸ਼ ਕਰਦਾ ਵੀ ਜਿਹੜੇ ਮਸਲੇ ਅਸੀਂ ਚੱਕੇ ਆ ਜਾਂ ਜਿਹੜੀਆਂ ਨਾਰਾਜ਼ਗੀਆਂ, ਉਹ ਤੁਸੀਂ ਉਹਨਾਂ ਨੂੰ ਹੱਲ ਕਰੋ। ਅੰਦਰ ਬਹਿ ਕੇ ਗੱਲ ਕੀਤੀ ਸੀ ਸੁਖਬੀਰ ਸਿੰਘ ਬਾਦਲ ਨਾਲ? ਬਿਲਕੁਲ ਗੱਲਾਂ ਹੋਈਆਂ। ਸਾਰੀ ਪਾਰਟੀ ਦੀ ਲੀਡਰਸ਼ਿਪ ਜਾਣਦੀ ਹੈ ਵੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਜਿਹੜੇ ਮੁੱਦੇ ਹੋਏ, ਉਹਨਾਂ ਤੇ ਇਕੱਲੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨਹੀਂ, ਹੋਰ ਵੀ ਲੀਡਰ ਸੀ ਜਿਨ੍ਹਾਂ ਨੇ ਇਤਰਾਜ਼ ਜਤਾਇਆ, ਜਿਨ੍ਹਾਂ ਨੇ ਅਫਸੋਸ ਜ਼ਾਹਰ ਕੀਤਾ, ਪਰ ਉਹਨਾਂ ਦੀ ਕਿਸੇ ਦੀ ਸੁਣਵਾਈ ਨਹੀਂ ਹੋਈ। ਪਰ ਢੀਂਡਸਾ ਸਾਹਿਬ ਨੇ ਇਹ ਫੈਸਲਾ ਲਿਆ ਵੀ ਮੈਂ ਹੁਣ ਇਹ ਗੱਲਾਂ ਜਿਹੜੀਆਂ ਹੋਰ ਜ਼ਿਆਦਾ ਸਮਾਂ ਨਹੀਂ ਚੱਲ ਸਕਦੀਆਂ, ਮੈਂ ਨਹੀਂ ਕਰਾਂਗਾ। ਕੀ ਐਸੇ ਫੈਸਲੇ ਲਏ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ, ਜਿਹੜੇ ਬਾਦਲ ਪਰਿਵਾਰ ਵੱਲੋਂ ਲਏ ਗਏ, ਜਿਹੜੇ ਤੁਹਾਨੂੰ ਲੱਗਿਆ ਕਿ ਗਲਤ ਨੇ, ਸਾਨੂੰ ਅਲੱਗ ਹੋਣਾ ਬਿਹਤਰ ਹੈ? ਦੇਖੋ, ਫੈਸਲੇ ਚਾਹੇ ਡੇਰਾ ਸੱਚਾ ਸੌਦਾ ਦੇ ਜਿਹੜੇ ਮੁਖੀ ਨੇ, ਜਿਸ ਤਰੀਕੇ ਨਾਲ ਉਹਨਾਂ ਨੂੰ ਮਾਫੀ ਦਿੱਤੀ ਗਈ, ਮੈਂ ਕਹਿਣਾ ਵੀ ਮਾਫੀ ਦੇਣਾ ਅਕਾਲ ਤਖਤ ਸਾਹਿਬ ਦਾ ਅਧਿਕਾਰ ਹੈ, ਪਰ ਇੱਕ ਤਰੀਕਾ ਹੁੰਦਾ ਹੈ, ਇੱਕ ਪ੍ਰਣਾਲੀ ਹੈ ਜਿਹਦੇ ਨਾਲ ਅਪਣਾਈ ਜਾਂਦੀ ਹੈ। ਉਹ ਜਿਸ ਤਰੀਕੇ ਨਾਲ ਉਹਨੇ ਕੀਤਾ, ਜਿਸ ਤਰੀਕੇ ਦੇ ਨਾਲ ਡਿਸੀਜਨ ਮੇਕਿੰਗ ਹੁੰਦੀ ਹੈ ਵੀ ਪਾਰਟੀ ਫੈਸਲਾ ਕਰਨ ਦੀ, ਉਹ ਬਾਅਦ ਵਿੱਚ ਪਰਿਵਾਰ ਦੇ 2 ਮੈਂਬਰ ਉਹਨੂੰ ਬਦਲ ਦਿੰਦੇ ਆ, ਕਿਸੇ ਦੀ ਕੋਈ ਪਾਰਟੀ ਦੇ ਵਿੱਚ ਸਲਾਹ ਨਹੀਂ ਲਈ ਜਾਂਦੀ। ਸੋ ਇਹ ਹੌਲੀ ਹੌਲੀ ਚੀਜ਼ਾਂ ਜਿਹੜੀਆਂ ਨੇ, ਇਹ ਚੀਜ਼ਾਂ ਦੇ ਨਾਲ ਜਿਹੜਾ ਹੈ ਇਹ ਸਾਰੀਆਂ ਗੱਲਾਂ ਜਿਹੜਾ ਰੋਸ ਵੱਧਦਾ ਰਿਹਾ। SGPC ਜਿਸ ਤਰੀਕੇ ਨਾਲ ਚੱਲ ਰਹੀ ਹੈ, ਸੋ ਕਈ ਜਿਹੜੇ ਮੁੱਦੇ ਨੇ, ਪਰ ਅਸਲ ਦੇ ਵਿੱਚ ਤਾਂ ਜਿਹੜਾ ਸ਼ੁਰੂ 'ਚ ਹੋਇਆ ਉਹ ਮਾਫੀ ਤੋਂ ਸ਼ੁਰੂ ਹੋ ਕੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ, ਇਹ ਜਿਹੜੇ ਵੱਡੇ ਕਾਰਨ ਬਣੇ। ਇੱਕ ਗੱਲ ਢੀਂਡਸਾ ਸਾਹਿਬ ਕਹੀ ਜਾਂਦੀ ਹੈ, ਜਦੋਂ ਕੈਪਟਨ ਸਰਕਾਰ ਆਉਂਦੀ ਹੈ 2017 ਵੇਲੇ, ਉਹ ਕਹਿੰਦੀ ਹੈ ਕਿ ਖਜ਼ਾਨਾ ਖਾਲੀ ਹੈ। ਤੁਸੀਂ ਰਹੇ ਹੋ ਵਿੱਤ ਮੰਤਰੀ, ਤਾਂ ਜਦੋਂ ਇਹ ਗੱਲਾਂ ਬਾਤਾਂ ਖਜ਼ਾਨਾ ਖਾਲੀ ਵਾਲੀਆਂ ਹੁੰਦੀਆਂ ਨੇ, ਕਿ ਇਹ ਸੱਚਮੁੱਚ ਖਜ਼ਾਨਾ ਖਾਲੀ ਕਰਕੇ ਗਈ ਸੀ ਬਾਦਲ ਸਰਕਾਰ? ਦੇਖੋ, ਖਜ਼ਾਨਾ ਕੋਈ ਖਾਲੀ ਨਹੀਂ ਹੁੰਦਾ। ਇਹ ਕੋਈ ਮਹਾਰਾਜੇ ਦੇ ਖਜ਼ਾਨੇ ਥੋੜ੍ਹਾ ਨੇ ਵੀ ਉੱਥੇ ਨੋਟਾਂ ਨਾਲ ਭਰੇ ਹੋਏ ਨੇ ਜਾਂ ਉਹ ਗਹਿਣੇ ਨਾਲ ਭਰੇ ਹੋਏ ਨੇ। ਇਹ ਤਾਂ ਟੈਕਸ ਦੀ ਇਨਕਮ ਹੈ, ਉਹ ਹਰ ਸਾਲ ਆਉਂਦੀ ਹੈ, ਉਹ ਸਰਕਾਰ ਖਰਚ ਦਿੰਦੀ ਹੈ, ਨਾ ਹੀ ਉਹ ਖਾਤਿਆਂ 'ਚ। ਸਾਡੇ ਤਾਂ ਸਰਕਾਰਾਂ ਦੇ ਖਾਤੇ ਤਾਂ ਲੰਬੇ ਸਮੇਂ ਤੋਂ ਓਵਰਡਰਾਫਟ ਚੱਲ ਰਹੇ ਨੇ ਵੀ ਸਰਕਾਰ ਜਿੰਨਾ ਪੈਸਾ ਆਉਂਦਾ ਉਸ ਤੋਂ ਵੱਧ ਪਹਿਲਾਂ ਖਰਚਿਆ ਹੁੰਦਾ ਹੈਗਾ। ਸੋ ਇਹ ਨਹੀਂ ਹੈਗਾ। ਗੱਲ ਤਾਂ ਹੈ ਜੋ ਆਰਥਿਕ ਹਾਲਾਤ ਨੇ, ਆਰਥਿਕ ਜਿਹੜੀਆਂ ਪਰਿਸਥਿਤੀਆਂ ਨੇ, ਉਹ ਹੁਣ ਕਿਤੇ ਜ਼ਿਆਦਾ ਜਿਹੜੀਆਂ ਬੱਤਰ ਹੋ ਗਈਆਂ। ਇਹਨਾਂ ਪਿਛਲੇ 4.5 ਸਾਲਾਂ ਵਿੱਚ ਕਾਂਗਰਸ ਸਰਕਾਰ ਨੇ ਕੋਈ ਆਰਥਿਕ ਸੁਧਾਰਾਂ ਵੱਲ ਯਤਨ ਨਹੀਂ ਕੀਤਾ, ਕੋਈ ਸੂਬੇ ਦੇ ਰਿਸੋਰਸਿਸ ਵਧਾਉਣ ਦੀ ਗੱਲ ਨਹੀਂ ਕੀਤੀ, ਕੋਈ ਇੰਡਸਟਰੀਅਲ ਪ੍ਰਮੋਸ਼ਨ ਦੀ ਗੱਲ ਨਹੀਂ ਕੀਤੀ। ਸਮਾਂ ਜਿਹੜਾ ਹੈ ਸੂਬੇ ਨੂੰ ਪਿੱਛੇ ਹੀ ਧੱਕਿਆ। ਅੱਜ ਅਸੀਂ ਟੋਟਲੀ ਕੰਪਨਸੇਸ਼ਨ 'ਤੇ ਰਿਲਾਇੰਟ ਹਾਂ, ਕੇਂਦਰ ਸਰਕਾਰ 'ਤੇ ਨਿਰਭਰ ਹਾਂ ਵੀ ਜੇ ਸਾਨੂੰ ਉਹ ਬੁਰਕੀ ਸਿੱਟ ਦੇਣ ਤਾਂ ਖਾ ਲਾਂਗੇ, ਨਹੀਂ ਤਾਂ ਭੁੱਖੇ ਮਰਾਂਗੇ। 18,000 ਕਰੋੜ ਰੁਪਏ ਦਾ ਕੰਪਨਸੇਸ਼ਨ ਹੈ ਅੱਜ ਜਿਹੜੀ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਲੈ ਰਹੀ ਹੈ। ਜਦ ਮੈਂ ਵਿੱਤ ਮੰਤਰੀ ਸੀ, 1 ਰੁਪਏ ਦੀ ਕੰਪਨਸੇਸ਼ਨ ਨਹੀਂ ਸੀ ਅਸੀਂ ਲੈਂਦੇ ਕੇਂਦਰ ਸਰਕਾਰ ਤੋਂ, 1 ਰੁਪਏ ਦੀ ਵੀ। ਜੇ 10 ਦਿਨ
ਹੁਣ 18000 ਕੰਪਨਸੇਸ਼ਨ ਲੈ ਕੇ ਸਾਲ ਦੀ ਵੀ ਇਹ ਭੁੱਖੇ ਮਰ ਰਹੇ ਨੇ। ਮਤਲਬ ਸਰਕਾਰ ਬਹਾਨੇ ਬਣਾ ਰਹੀ ਹੈ, ਬਹਾਨੇ ਬਣਾ ਰਹੀ ਹੈ। ਜਦੋਂ ਅਗਲੇ ਸਾਲ ਕੰਪਨਸੇਸ਼ਨ ਬੰਦ ਹੋ ਜੂਗੀ ਫੇਰ ਕਿਵੇਂ ਚੱਲੂਗੀ ਸਰਕਾਰ? ਸੋ ਇਹਨਾਂ ਨੇ ਜਿਹੜਾ ਤੁਸੀਂ ਦੇਖੋ 4% ਤੋਂ 5%, ਪਿਛਲੇ ਸਾਲ 5%, ਇਸ ਵਾਰੀ 4% ਜਿਹੜਾ GSDP ਦਾ ਪਰਸੈਂਟੇਜ ਹੈ ਉਹ ਇਹਨਾਂ ਨੇ ਕਰਜ਼ਾ ਲਿਆ। ਸਾਡੇ ਵੇਲੇ ਅਸੀਂ ਕਦੇ 3% ਤੋਂ ਵੱਧ ਨਹੀਂ ਸੀ ਦਿੱਤਾ। ਇਹ ਪਿਛਲੇ ਸਾਲ 5% ਕਰਜ਼ਾ ਲਿਆ, ਐਤਕੀ 4% ਕਰਜ਼ਾ ਲਿਆ। ਤੁਸੀਂ ਦੇਖੋ ਕਿੱਥੇ ਹਾਲਾਤ ਪਹੁੰਚ ਗਏ। ਅਸੀਂ ਤਾਂ ਫਿਰ ਵੀ ਫਿਸਕਲ ਡਿਸਪਲਿਨ ਮੇਨਟੇਨ ਕਰਕੇ ਰੱਖਿਆ, ਇਹਨਾਂ ਨੇ ਤਾਂ ਕੋਈ ਫਿਸਕਲ ਡਿਸਪਲਿਨ ਕੋਈ ਮੇਨਟੇਨ ਹੀ ਨਹੀਂ ਕੀਤਾ। ਢੀਂਡਸਾ ਸਾਹਿਬ, ਜੇ ਮੈਂ 3 ਪਾਰਟੀਆਂ ਅੱਗੇ ਰੱਖਾਂ ਪੰਜਾਬ ਦੀਆਂ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ, ਫਿਰ ਤੁਸੀਂ ਕਿਹਦੇ ਵੱਲ ਨੂੰ ਹੱਥ ਵਧਾਓਗੇ? ਦੇਖੋ ਸਾਡਾ ਕੋਈ ਹੱਥ ਵਧਾਉਣ ਵਾਲੀ ਗੱਲ ਨਹੀਂ। ਅਸੀਂ ਪਹਿਲਾਂ ਕਹਿ ਚੁੱਕੇ ਹਾਂ ਵੀ ਭਾਰਤੀ ਜਨਤਾ ਪਾਰਟੀ, ਕਾਂਗਰਸ ਤੇ ਬਾਦਲ ਦਲ ਨਾਲ ਸਾਡਾ ਕਿਸੇ ਤਰੀਕੇ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ। ਪਿਛਲੇ ਸਮੇਂ ਦੇ ਵਿੱਚ ਢੀਂਡਸਾ ਸਾਹਿਬ ਇਹ ਵੀ ਗੱਲਾਂ ਉੱਠੀਆਂ ਨੇ ਕਿ ਭਾਜਪਾ ਨੂੰ ਇੱਕ ਸਿੱਖ ਚਿਹਰਾ ਚਾਹੀਦਾ ਪੰਜਾਬ ਦੇ ਵਿੱਚੋਂ, ਉਹ ਸੁਖਦੇਵ ਸਿੰਘ ਢੀਂਡਸਾ ਹੋ ਸਕਦਾ। ਦੇਖੋ ਇਹ ਸਾਰੀਆਂ ਕਿਆਸ ਰਹੀਆਂ ਹੁੰਦੀਆਂ। ਢੀਂਡਸਾ ਸਾਹਿਬ ਕਦੇ ਵੀ ਜਿਹੜਾ ਹੈ ਭਾਜਪਾ ਦੀ ਜਿਹੜੀ ਸਿਧਾਂਤਕ, ਜਿਵੇਂ ਤੁਹਾਨੂੰ ਮੈਂ ਗੱਲ ਕਿਹਾ, ਜਦੋਂ ਅਸੀਂ ਸਿਧਾਂਤ ਦੀ ਗੱਲ ਕਰਦੇ ਹਾਂ ਤਾਂ ਭਾਜਪਾ ਨਾਲ ਤਾਂ ਸਾਡੀ ਸਿਧਾਂਤਕ ਮਤਭੇਦ ਹੀ ਬਹੁਤ ਵੱਡੇ ਨੇ। ਸੋ ਉਹਨਾਂ ਨਾਲ ਤਾਂ ਮਤਲਬ ਸ਼ਾਮਿਲ ਹੋਣ ਦਾ ਜਾਂ ਉਹਨਾਂ ਨਾਲ ਜਾਣ ਦਾ ਕੋਈ ਮਤਲਬ ਹੀ ਨਹੀਂ ਹੈ। ਤੇ ਨਾ ਹੀ ਕਾਂਗਰਸ ਨਾਲ, ਨਾ ਬਹੁਜਨ ਸਮਾਜ ਆਪਣੀ BJP ਨਾਲ, ਤੇ ਨਾ ਹੀ ਬਾਦਲ ਦਲ ਨਾਲ। ਉਸ ਤੋਂ ਇਲਾਵਾ ਬਾਕੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਨਾਲ ਅਸੀਂ ਕਰ ਸਕਦੇ। ਅਸੀਂ ਤਾਂ ਪਹਿਲਾਂ BSP ਨਾਲ ਵੀ ਓਪਨ ਸੀ, ਚਲੋ BSP ਨੇ ਉਧਰ ਕਰ ਲਿਆ। ਹੁਣ ਜਿਹੜੀਆਂ ਬਾਕੀ ਨੇ, ਕਮਿਊਨਿਸਟ ਵੀ ਨੇ, ਹੋਰ ਧਿਰਾਂ ਵੀ ਨੇ। ਅੱਜ ਕਿਸਾਨ ਧਿਰ ਵੀ ਬੜੀ ਵੱਡੀ ਧਿਰ ਉੱਭਰ ਕੇ ਆਈ ਹੈ। ਪਤਾ ਨਹੀਂ ਉਹ ਸਿਆਸਤ ਦੇ ਵਿੱਚ ਹਿੱਸਾ ਲੈਂਦੇ ਕਿ ਨਹੀਂ ਲੈਂਦੇ, ਉਹ ਤਾਂ ਉਹਨਾਂ ਨੇ ਫੈਸਲਾ ਕਰਨਾ। ਕਿਸਾਨੀ ਪਾਰਟੀ ਨਿਕਲ ਕੇ ਆਉਂਦੀ ਹੈ, ਉਹਨਾਂ ਨਾਲ ਕਰ ਲਓਗੇ ਗੱਠਜੋੜ? ਬਿਲਕੁਲ, ਕਿਉਂ ਨਹੀਂ ਕਰਾਂਗੇ ਜੀ। ਗੱਲ ਹੈ ਵੀ ਇਹ ਤਾਂ ਤਾੜੀ ਤਾਂ ਦੋਸਤਾਂ ਨਾਲ ਵੱਜਦੀ ਹੈ ਨਾ। ਜੇ ਉਹ ਚਾਹਣਗੇ ਤਾਂ ਅਸੀਂ ਓਪਨ ਆ, ਪਰ ਜਿਹੜੀਆਂ ਤਿੰਨਾਂ ਦੀ ਗੱਲ ਕਹੀ ਆ ਉਹ ਜੇ ਚਾਹਣਗੇ ਵੀ ਅਸੀਂ ਫੇਰ ਵੀ ਉਹਨਾਂ ਨਾਲ ਤਿਆਰ। ਆਮ ਆਦਮੀ ਪਾਰਟੀ ਨਾਲ ਤਾਂ ਜਾ ਸਕਦੇ ਦੇਖੋ ਹਜੇ ਜਦ ਕੋਈ ਗੱਲ ਹਜੇ ਗੱਲ ਹੀ ਨਹੀਂ ਚੱਲੀ। ਅਸੀਂ ਤਾਂ ਹੀ ਅਸੀਂ ਕਿਹਾ ਵੀ ਜਦ ਗੱਲ ਚੱਲੂਗੀ ਉਸ ਤੋਂ ਬਾਅਦ ਕੁਝ ਦੇਖਿਆ ਜਾ ਸਕਦਾ। ਹਜੇ ਕੋਈ ਸਾਡਾ ਫੈਸਲਾ ਨਹੀਂ। ਅਸੀਂ ਹਜੇ ਸਾਡਾ ਨਿਸ਼ਾਨਾ ਹੈ ਵੀ 117 ਸੀਟਾਂ ਜਿਵੇਂ ਢੀਂਡ ਸਾਹਿਬ ਨੇ ਬਿਆਨ ਦਿੱਤਾ ਉਹ ਅਸੀਂ ਲੜਾਂਗੇ ਤੇ ਤਗੜੇ ਹੋ ਕੇ ਤਿਆਰੀ ਕਰਾਂਗੇ। ਤੇ ਅਸੀਂ ਜੇ ਪੰਜਾਬ ਦੀ ਖੇਤਰੀ ਪਾਰਟੀ ਜਿਹੜੀ ਸਭ ਤੋਂ ਵੱਡੀ ਲੋੜ ਹੈ, ਅਕਾਲੀ ਦਲ ਇੱਕ ਪੰਜਾਬ ਦੀ ਮਾਂ ਪਾਰਟੀ ਦੇ ਤੌਰ ਤੇ ਜਿਹੜੀ ਬਣੀ ਸੀ, ਪਰ ਅੱਜ ਦੁੱਖ ਨਾਲ ਕਹਿਣਾ ਪੈਂਦਾ ਹੈ ਵੀ ਉਹ ਜਿਹੜੀ ਸਪੇਸ ਸੀ ਖੇਤਰੀ ਪਾਰਟੀ ਦੀ ਹਰ ਸੂਬੇ 'ਚ ਹੁੰਦੀ ਹੈ, ਉਹ ਅਕਾਲੀ ਦਲ ਨੇ ਉਹ ਜਿਹੜੀ ਦੂਜੀ ਪਾਰਟੀਆਂ ਨੂੰ ਛੱਡਤੀ। ਬਿਲਕੁਲ। ਆਮ ਆਦਮੀ ਪਾਰਟੀ ਕਿਉਂ ਮਜ਼ਬੂਤ ਹੋਈ ਪੰਜਾਬ ਦੇ ਵਿੱਚ? ਕਿਉਂਕਿ ਅਕਾਲੀ ਦਲ ਤੋਂ ਲੋਕ ਨਾਰਾਜ਼ ਹੋਏ, ਆਮ ਆਦਮੀ ਪਾਰਟੀ ਵੱਲ ਗਏ ਨੇ, ਕਾਂਗਰਸ ਤੋਂ ਨਾਰਾਜ਼ ਹੋਏ ਨਹੀਂ। ਸੋ ਅਕਾਲੀ ਦਲ ਦੀਆਂ ਆਪਦੀਆਂ ਗਲਤੀਆਂ ਕਰਕੇ ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਪੈਦਾ ਹੋਈ ਹੈ। ਜੇ ਕਿਤੇ ਅਕਾਲੀ ਦਲ ਆਪਦੇ ਸਿਧਾਂਤਾਂ ਤੇ ਖੜਦਾ, ਪਹਿਰਾ ਦਿੰਦਾ, ਤਾਂ ਆਮ ਆਦਮੀ ਪਾਰਟੀ ਪੈਦਾ ਹੀ ਨਹੀਂ ਸੀ ਹੋ ਸਕਦੀ। ਬਿਲਕੁਲ। ਢੀਂਡਸਾ ਸਾਹਿਬ, ਜੇ ਮੈਂ ਗੱਲ ਕਰਾਂ ਪਿਛਲੇ ਸਮੇਂ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਇਕੱਠੇ ਹੋ ਜਾਂਦੇ, ਕੀ ਉਹ ਗੱਠਜੋੜ ਕੋਈ ਰੰਗ ਦਿਖਾ ਪਾਊਗਾ 2022 'ਚ? ਦੇਖੋ ਤੁਸੀਂ ਕਿਸੇ ਦੇ ਧਾਰੇ ਚੋਣ ਨਹੀਂ ਲੜ ਸਕਦੇ। ਜਦ ਅਕਾਲੀ ਦਲ ਆਪਦੀ ਜਿਹੜੀ ਵੋਟ ਬੈਂਕ ਹੈ, ਮੈਂ ਤਾਂ ਅਕਾਲੀ ਦਲ ਵੀ ਕਹਿਣਾ ਗਲਤ ਕਹਾਂਗਾ, ਬਾਦਲ ਦਲ ਹੀ ਕਹੋ, ਕਿਉਂਕਿ ਸਿਰਫ ਉਹਨਾਂ ਦੇ ਚਾਪਲੂਸ ਹੀ ਰਹਿ ਗਏ ਉਹ 'ਚ। ਤੇ ਜਿਹੜਾ ਬਾਦਲ ਦਲ ਉਹ ਆਪਦੀ ਜਿਹੜੀ ਵੋਟ ਸੀਗੀ, ਚਾਹੇ ਪੰਥਕ ਵੋਟ ਸੀ, ਚਾਹੇ ਕਿਸਾਨੀ ਦੀ ਵੋਟ ਸੀ, ਇਹ ਦੋ ਬਹੁਤ ਵੱਡੀ ਜਿਹੜੀ ਹੈ ਅਕਾਲੀ ਦਲ ਦੀ ਵੋਟ ਬੈਂਕ ਹੁੰਦੀ ਸੀ। ਜਦ ਉਹੀ ਨਹੀਂ ਰਹੀ ਤੇ ਫਿਰ ਤੁਸੀਂ ਬਹੁਜਨ ਸਮਾਜ ਪਾਰਟੀ ਦੇ ਸਹਾਰੇ ਕਿੱਥੋਂ ਸੋਚਦੇ ਹੋ ਵੀ ਸਰਕਾਰ ਬਣਾਵਾਂਗੇ? ਤਾਂ ਹੁਣ ਤੁਸੀਂ ਦੂਜਿਆਂ ਦੇ ਸਹਾਰੇ ਲੜਨ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਉਹ ਇਹਨਾਂ ਨੇ ਚੱਲਣਾ ਨਹੀਂ। ਕਿਉਂਕਿ ਬਹੁਜਨ ਸਮਾਜ ਪਾਰਟੀ ਦੇ ਵੀ ਜਿਹੜਾ ਵਰਕਰ ਹੈ, ਜਿਹੜਾ ਸਪੋਰਟਰ, ਉਹ ਦੁਖੀ ਨੇ, ਕਿਉਂਕਿ ਉਹਨਾਂ ਨੇ ਵੀ ਸੌਦੇਬਾਜ਼ੀ ਕਰ ਲਈ। ਕਲੀਅਰ ਕੱਟ ਹੈ ਵੀ ਸੌਦੇਬਾਜ਼ੀ ਕੀਤੀ ਹੈ। ਤੁਸੀਂ ਦੇਖੋ ਆ ਪਰਸੋਂ ਉੜਮੜ ਤੋਂ ਜਿਹੜੇ ਨੇ ਲਖਵਿੰਦਰ ਸਿੰਘ ਗਿਲਜੀਆਂ ਲੱਖੀ, ਉਹਨਾਂ ਨੂੰ ਜੁਆਇਨ ਕਰਵਾਇਆ ਬਹੁਜਨ ਸਮਾਜ ਪਾਰਟੀ 'ਚ ਅਕਾਲੀ ਦਲ ਛਡਾ ਕੇ, ਤੇ ਅਗਲੇ ਦਿਨ ਉਹਦੀ ਟਿਕਟ ਅਨਾਉਂਸ ਕਰਤੀ, ਮਤਲਬ ਉਹਨੂੰ ਹਲਕਾ ਇੰਚਾਰਜ ਬਣਾਤਾ। ਤੇ ਫਿਰ ਜੇ ਉਹਨੂੰ ਅਕਾਲੀ ਦਲ 'ਚੋਂ ਲੈ ਕੇ ਬੰਦੇ ਨੂੰ ਟਿਕਟ ਦੇਣੀ ਸੀ ਤਾਂ ਫਿਰ ਟਿਕਟ ਇਹਨਾਂ ਨੇ ਲਈ ਕਿਉਂ? ਬਹੁਜਨ ਸਮਾਜ ਪਾਰਟੀ ਨੇ ਉਹ ਸੀਟ ਕਿਉਂ ਲਈ? ਇਹ ਬਹੁਤ ਵੱਡੇ ਸਵਾਲ ਨੇ। ਇਹ ਜਿਹੜੀਆਂ ਚੁਸਤ ਚਲਾਕੀਆਂ ਹੁੰਦੀਆਂ, ਜਿਹੜੀਆਂ ਸੁਖਬੀਰ ਸਿੰਘ ਬਾਦਲ ਚੱਲਦੇ ਨੇ ਸਿਆਸੀ, ਉਹ ਲੋਕ ਅੱਜ ਸਾਰੇ ਸਮਝਦੇ ਨੇ ਉਹ ਚੱਲਣ ਵਾਲੀਆਂ ਨਹੀਂ। ਢੀਂਡਸਾ ਸਾਹਿਬ, ਜਦੋਂ ਨਾਰਾਜ਼ ਹੋ ਕੇ ਆਏ ਹੋ ਤਾਂ ਸੁਖਬੀਰ ਸਿੰਘ ਬਾਦਲ ਜਾਂ ਵੱਡੇ ਬਾਦਲ ਸਾਹਿਬ ਦਾ ਕੋਈ ਫੋਨ ਕਾਲ ਆਇਆ ਕਿ ਤੁਸੀਂ ਸਾਡੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਸੀ, ਵਾਪਸ ਆਓ ਸਾਡੀ ਪਾਰਟੀ?
ਨਹੀਂ ਮੈਨੂੰ ਢੀਂਡਸਾ ਸਾਹਿਬ ਜਦ ਅਸਤੀਫਾ ਦੇ ਕੇ ਘਰੇ ਬੈਠੇ ਸੀ ਉਦੋਂ ਬਾਦਲ ਸਾਹਿਬ ਵੀ ਤੇ ਸੁਖਬੀਰ ਸਿੰਘ ਬਾਦਲ ਵੀ ਆਏ ਸੀ, ਪਰ ਢੀਂਡਸਾ ਸਾਹਿਬ ਨੇ ਜਵਾਬ ਦੇ ਦਿੱਤਾ ਸੀ। ਪਰ ਜਦ ਮੈਂ ਛੱਡਿਆ ਉਦੋਂ ਉਹਨਾਂ ਦਾ ਕੋਈ ਫੋਨ ਨਹੀਂ ਆਇਆ, ਕਿਉਂਕਿ ਮੈਨੂੰ ਲੱਗਦਾ ਉਹਨਾਂ ਨੂੰ ਪਤਾ ਹੀ ਸੀਗਾ ਵੀ ਹੁਣ ਜੇ ਇਹਨਾਂ ਨੇ ਅਸਤੀਫੇ ਤਾਂ ਵਾਪਸ ਨਹੀਂ ਮੁੜਨਾ। ਬਿਲਕੁਲ। ਇੱਕ 9 ਮਾਸ ਦਾ ਰਿਸ਼ਤਾ ਟੁੱਟਿਆ ਪਿੱਛੇ ਜੇ ਸ਼੍ਰੋਮਣੀ ਅਕਾਲੀ ਦਲ ਦਾ ਤੇ ਭਾਜਪਾ ਦਾ, ਕੀ ਉਹ ਸੱਚਮੁੱਚ ਹੀ ਟੁੱਟਿਆ ਜਾਂ ਅੰਦਰ ਖਾਤੇ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਜੁੜੀ ਹੋਈ ਹੈ? ਮੇਰਾ ਮੰਨਣਾ ਹੈ ਵੀ ਅੱਜ ਵੀ ਉਹ ਜੁੜੇ ਹੋਏ ਨੇ। ਉਹਨਾਂ ਦੀਆਂ ਤੁਸੀਂ ਦੇਖੋ ਜਿਹੜੀਆਂ ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਛੱਡੀਆਂ ਨੇ ਉਹਦੇ 'ਚੋਂ ਜ਼ਿਆਦਾ ਸੀਟਾਂ ਬੀਜੇਪੀ ਦੀਆਂ ਨੇ। ਜਿੱਥੇ ਬੀਜੇਪੀ ਦੇ ਐਮਐਲਏ ਸੀ ਜਾਂ ਜਿਹੜੀਆਂ ਬੀਜੇਪੀ ਨੂੰ ਛੱਡੀਆਂ ਜਾਂਦੀਆਂ ਸੀ, ਉਹ ਹੁਣ ਉੱਥੇ ਅੰਦਰ ਖਾਤੇ ਇਹ ਵੀ ਹੋ ਸਕਦਾ ਵੀ ਅਕਾਲੀ ਦਲ ਬਾਦਲ ਉੱਥੇ ਬੀਜੇਪੀ ਦੀ ਮਦਦ ਕਰੇ ਬਨਿਸਬਤ ਬਹੁਜਨ ਸਮਾਜ ਪਾਰਟੀ। ਮੈਂ ਇਹ ਵੀ ਇਸ 'ਚ ਵੀ ਕੋਈ ਸ਼ੱਕ ਨਹੀਂ ਹੋਏਗਾ ਵੀ ਹੋ ਸਕਦਾ ਹੈ ਸੈਂਟਰ ਦੀ ਬੀਜੇਪੀ ਦੀ ਲੀਡਰਸ਼ਿਪ ਨੇ ਬਹੁਜਨ ਸਮਾਜ ਪਾਰਟੀ ਤੇ ਜ਼ੋਰ ਪਾ ਕੇ ਸਮਝੌਤਾ ਕਰਾਇਆ ਹੋਵੇ ਵੀ ਤੁਸੀਂ ਜਿਹੜਾ ਹੈ ਪੰਜਾਬ 'ਚ ਅਕਾਲੀ ਦਲ ਨਾਲ ਸਮਝੌਤਾ ਕਰੋ ਤੇ ਆਹ ਸੀਟਾਂ ਦਿਓ, ਕਿਉਂਕਿ ਉਹ ਤਾਂ ਆਪ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਸ਼ਿਕੰਜੇ ਦੇ ਵਿੱਚ ਹੈ ਆਪਣੇ ਬੀਜੇਪੀ ਸਰਕਾਰ ਦੇ, ਉਹਨਾਂ ਦੇ ਇੰਨੇ ਕੇਸ ਚੱਲ ਰਹੇ ਨੇ। ਸੋ ਇਹ ਸਾਰਾ ਕੁਝ ਅੱਜ ਵੀ ਮੈਂ ਮਹਿਸੂਸ ਕਰਦਾ ਵੀ ਬੀਜੇਪੀ ਮੈਨੂਪਲੇਟ ਕਰ ਰਹੀ ਹੈ। ਇਹ ਚਾਹੇ ਸਮਝੌਤੇ ਹੋਏ, ਚਾਹੇ ਜਿਹੜੀ ਸੀਟਾਂ ਦੀ ਦੇਣ ਲੈਣ ਹੈ, ਇਹ ਸਾਰੀ ਉੱਤੋਂ ਹੀ ਇਸ਼ਾਰੇ ਹੋ ਰਹੇ। ਅੱਜ ਵੀ ਇਹਨਾਂ ਦੀ ਅੰਦਰ ਖਾਤੇ ਇੱਕੋ ਹੀ ਗੱਲ ਹੈ। ਜੇ ਕੱਲ੍ਹ ਨੂੰ ਕੋਈ ਗੱਲ ਮੈਂ ਸਮਝਦਾ ਕਿਸਾਨਾਂ ਦਾ ਮਸਲਾ ਹੱਲ ਹੋ ਗਿਆ ਤੇ ਤੁਸੀਂ ਦੇਖਿਓ ਕੱਲ੍ਹ ਨੂੰ ਇਹ ਫੇਰ ਇਕੱਠੇ ਹੋਣਗੇ। ਮਤਲਬ ਦੁਬਾਰੇ ਇਹਨਾਂ ਦਾ ਗੱਠਜੋੜ ਜਿਹੜਾ 9 ਮਾਸ ਦਾ ਰਿਸ਼ਤਾ ਲੋਕ ਟੁੱਟਿਆ ਕਹਿੰਦੇ ਆ, ਉਹ ਦੁਬਾਰੇ ਜੁੜ ਸਕਦਾ? ਨਹੀਂ, ਬਿਲਕੁਲ ਨਹੀਂ ਟੁੱਟਿਆ। ਇਹ ਸਿਰਫ ਲੋਕਾਂ ਨੂੰ ਇੱਕ ਦਿਖਾਵਾ ਹੈ। ਇਹ ਮਜਬੂਰੀ ਬਸ ਐਂਡ 'ਚ ਜਦ ਲੋਕਾਂ ਨੇ ਕਹਿਤਾ ਵੀ ਤੁਹਾਨੂੰ ਹੁਣ ਪਿੰਡਾਂ 'ਚ ਨਹੀਂ ਕਿਸੇ ਨੇ ਵੜਨ ਦੇਣਾ। ਉਹ ਤਾਂ ਕਹਿੰਦੇ ਕਿ ਅਸੀਂ ਕਿਸਾਨੀ ਹੱਕਾਂ ਦੇ ਲਈ ਆਪਣੀ ਪਾਰਟੀ ਨਾਲੋਂ ਜਿਹੜੀ ਸਾਡਾ ਬਹੁਤ ਪੁਰਾਣਾ ਗੱਠਜੋੜ ਸੀ ਉਹ ਤੋੜਿਆ, ਸਾਡੇ ਬਹੁਤ ਵਧੀਆ ਸੰਬੰਧ ਸੀ ਬੀਜੇਪੀ ਨਾਲ ਤਾਂ ਤੋੜਿਆ। ਕਿ ਲੱਗਦਾ ਉਹ ਸਾਰੀਆਂ ਗੱਲਾਂ ਝੂਠ ਨੇ ਫਿਰ ਬਾਦਲ ਸਾਹਿਬ ਕਹਿੰਦੇ? ਜੇ ਕਿਸਾਨੀ ਵਾਸਤੇ ਤੋੜਿਆ ਹੈ ਤਾਂ ਫਿਰ ਕੈਬਨਿਟ ਦੇ ਵਿੱਚ ਜਦ ਆਰਡੀਨੈਂਸ ਪਾਸ ਹੋਇਆ ਇਹ 3 ਬਿੱਲਾਂ ਦਾ, ਉਦੋਂ ਕਿਉਂ ਸਮਰਥਨ ਕੀਤਾ? ਬਾਦਲ ਸਾਹਿਬ ਨੇ ਕਿਉਂ ਟੀਵੀ ਦੇ ਵਿੱਚ ਆ ਕੇ ਕਿਹਾ ਵੀ ਇਹ ਲੋਕ ਜਾਣ ਬੁੱਝ ਕੇ ਇਹਨੂੰ ਬਦਨਾਮ ਕਰ ਰਹੇ ਨੇ, ਬਿੱਲ ਬਹੁਤ ਵਧੀਆ ਨੇ? ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਵੀ ਇਹ ਬਿੱਲ ਬਹੁਤ ਵਧੀਆ ਨੇ। ਆਲ ਪਾਰਟੀ ਮੀਟਿੰਗ ਦੇ ਵਿੱਚ ਕਿਹਾ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਸਾਰੇ ਸੀ, ਢੀਂਡਸਾ ਸਾਹਿਬ ਵੀ ਸੀ ਆਪਣੀ ਪਾਰਟੀ ਵੱਲੋਂ। ਸੁਖਬੀਰ ਸਿੰਘ ਬਾਦਲ ਨੇ ਕਿਹਾ ਵੀ ਤੁਸੀਂ ਦੱਸੋ ਇਹਦੇ ਵਿੱਚ ਕਿਹੜੇ ਮਤ ਖਰਾਬ ਮਾੜੇ ਨੇ, ਤੇ ਤੁਸੀਂ ਤਾਂ ਐਂਡ ਤੱਕ ਵਕਾਲਤ ਕਰਦੇ ਰਹੇ ਹੋ। ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਅਸੀਂ ਤਾਂ ਜੀ ਕਿਸਾਨੀ ਕਰਕੇ ਛੱਡਿਆ? ਤਾਂ ਲੋਕਾਂ ਨੇ ਜਦ ਉਹਨਾਂ ਦੇ ਗਲ 'ਚ ਗੂਠਾ ਦਿੱਤਾ, ਜਦ ਕਿਹਾ ਵੀ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ, ਉਦੋਂ ਡਰਦੇ ਛੱਡਿਆ। ਉਹਨਾਂ ਨੇ ਦਿਲੋਂ ਨਹੀਂ ਛੱਡੀ, ਉਹਨਾਂ ਨੇ ਉਹ ਡਰਦੇ ਲੋਕਾਂ ਦੇ ਵੀ ਅਸੀਂ ਲੋਕਾਂ 'ਚੋਂ ਵੋਟਾਂ ਲੈਣੀਆਂ। ਸਿਆਸਤ ਬੰਦਾ ਜੇ ਲੋਕ ਹੀ ਸਾਰੇ ਛੱਡ ਜਾਣ ਤਾਂ ਕਿਵੇਂ ਸਿਆਸਤ ਕਰਨਗੇ? ਜੇ ਉਹਨਾਂ ਨੂੰ ਇਹ ਪਤਾ ਚੱਲ ਗਿਆ ਸੀ ਵੀ ਜੇ ਅਸੀਂ ਨਾ ਛੱਡੀ ਤਾਂ ਸਾਡਾ ਸਾਰਾ ਅਕਾਲੀ ਦਲ ਦੀ ਲੀਡਰਸ਼ਿਪ ਹੀ ਭੱਜ ਜੂਗੀ। ਇਹ ਮਜਬੂਰੀ ਬਸ ਛੱਡੀ, ਉਹਨਾਂ ਨੇ ਕੋਈ ਖੁਸ਼ ਹੋ ਕੇ ਨਹੀਂ ਛੱਡੀ। ਢੀਂਡਸਾ ਸਾਹਿਬ, ਇੱਕ ਗੱਲ ਸਿਆਸਤ 'ਚ ਬਹੁਤ ਦੇਖੀ ਜਾਂਦੀ ਹੈ ਕਿ ਧਰਮ ਦੇ ਉੱਤੇ ਰਾਜਨੀਤੀ, ਜਾਤ ਪਾਤ ਦੇ ਉੱਤੇ ਰਾਜਨੀਤੀ ਬਹੁਤ ਕੀਤੀ ਜਾਂਦੀ ਹੈ। ਸ਼੍ਰੋਮਣੀ ਅਕਾਲੀ ਦਲ ਕਹਿੰਦਾ ਹੈ ਕਿ ਉਪ ਮੁੱਖ ਮੰਤਰੀ ਦਲਿਤ ਚਿਹਰਾ ਬਣਾਉਣਾ ਹੈ ਤੇ ਕੇਜਰੀਵਾਲ ਕਹਿੰਦੇ ਆ ਕਿ ਅਸੀਂ ਕੋਈ ਸਿੱਖ ਚਿਹਰਾ ਸੀਐਮ ਬਣਾਉਣਾ ਹੈ। ਕਿਵੇਂ ਦੇਖਦੇ ਹੋ ਕਿ ਰਾਜਨੀਤੀ ਚਿਹਰਿਆਂ ਤੇ ਹੋਣੀ ਚਾਹੀਦੀ ਹੈ ਜਾਂ ਨੀਤੀਆਂ ਤੇ ਹੋਣੀ ਚਾਹੀਦੀ ਹੈ? ਦੇਖੋ ਮਨੀ ਜੀ, ਇੱਕ ਗੱਲ ਬੜੀ ਸਪਸ਼ਟ ਹੈ ਕਿ ਇਹ ਜਦੋਂ ਐਲਾਨ ਕਰਦੇ ਉਹਨਾਂ ਦੀ ਕਮਜ਼ੋਰੀਆਂ ਝਲਕਦੀਆਂ ਇਸ ਗੱਲ 'ਚੋਂ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਇਸ ਗੱਲ ਦਾ ਮਨ 'ਚ ਸ਼ੰਕਾ ਵੀ ਲੋਕ ਸ਼ਾਇਦ ਸਾਡੇ ਤੇ ਵਿਸ਼ਵਾਸ ਨਹੀਂ ਕਰਦੇ। ਅੱਛਾ, ਤਾਂ ਜਾ ਕੇ ਉਹ ਇਹੋ ਜਿਹੇ ਐਲਾਨ ਕਰਦੇ ਆ। ਹੁਣ ਦਲਿਤ ਜਿਹੜੇ ਨੇ ਉਹ ਅਕਾਲੀ ਦਲ ਤੇ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੇ, ਤਾਂ ਉਹਨਾਂ ਨੇ ਐਲਾਨ ਕੀਤਾ ਵੀ ਅਸੀਂ ਤੁਹਾਡਾ ਮੁੱਖ ਮੰਤਰੀ ਬਣਾਵਾਂਗੇ। ਰੀਟਰੇਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਪ ਮੁੱਖ ਮੰਤਰੀ ਬਣਾਵਾਂਗੇ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਕਿਹਾ ਵੀ ਸਿੱਖ, ਵੀ ਕਿਤੇ ਕਿਤੇ ਲੋਕਾਂ ਦੇ ਮਨ 'ਚ ਹੈ ਵੀ ਸ਼ਾਇਦ ਕੇਜਰੀਵਾਲ ਖੁਦ ਆ ਕੇ ਨਾ ਇੱਥੇ ਬਣ ਜਾਣ। ਉਹ ਮੈਂ ਸਮਝਦਾ ਕੋਈ ਮੁੱਖ ਮੰਤਰੀ ਬਣੇ, ਚਾਹੇ ਸਿੱਖ ਬਣੇ, ਚਾਹੇ ਹਿੰਦੂ ਬਣੇ, ਦਲਿਤ ਬਣੇ ਮੁੱਖ ਮੰਤਰੀ, ਪਰ ਸੋਚ ਚੰਗੀ ਹੋਣੀ ਚਾਹੀਦੀ ਹੈ, ਪੰਜਾਬ ਪੱਖੀ ਸੋਚ ਹੋਣੀ ਚਾਹੀਦੀ ਹੈ, ਪੰਜਾਬ ਦੇ ਭਲੇ ਵਾਲੇ ਸੋਚ। ਹਰ ਕਿਸੇ ਨੂੰ ਅਧਿਕਾਰ ਹੈ, ਜਿਹੜਾ ਪੰਜਾਬ ਦਾ ਨਾਗਰਿਕ ਹੈ, ਹਰ ਕਿਸੇ ਨੂੰ ਇਹ ਹੱਕ ਹੈ ਵੀ ਉਹ ਸੋਚ ਸਕੇ ਵੀ ਮੈਂ ਮੁੱਖ ਮੰਤਰੀ ਬਣ ਸਕਦਾ ਸੂਬੇ ਦਾ। ਦਲਿਤ ਕਿਉਂ ਨਾ ਬਣ ਸਕੇ, ਹਿੰਦੂ ਕਿਉਂ ਨਾ ਬਣ ਸਕੇ? ਜੇ ਕੋਈ ਬੰਦਾ ਚੰਗੀ ਸੋਚ ਰੱਖਦਾ ਹੈ, ਇਹ ਤਾਂ ਨੀਤੀਆਂ ਦੇ ਆਧਾਰ 'ਤੇ ਜਿਹੜੀ ਹੈ ਰਾਜਨੀਤੀ ਹੋਣੀ ਚਾਹੀਦੀ ਹੈ। ਹੁਣ ਕੱਲ੍ਹ ਨੂੰ ਸੁਖਬੀਰ ਸਿੰਘ ਬਾਦਲ ਨੇ ਕਹਿਤਾ ਵੀ ਇੱਕ ਹਿੰਦੂ ਉਪ ਮੁੱਖ ਮੰਤਰੀ ਬਣਾਵਾਂਗੇ, ਫਿਰ ਕਹਿੰਦਾ ਜੀ ਅਸੀਂ ਇੱਕ ਦਲਿਤ ਉਪ ਮੁੱਖ ਮੰਤਰੀ ਬਣਾਵਾਂਗੇ। ਮੈਂ ਕਹਾਂ ਬੀਬੀਆਂ ਵਿਚਾਰੀਆਂ ਕਿਉਂ ਛੱਡਤੀਆਂ? ਇੱਕ ਔਰਤ ਨੂੰ ਵੀ ਉਪ ਮੁੱਖ ਮੰਤਰੀ ਬਣਾ ਦਿਓ। ਸੋ ਇਹ ਬੜੀ ਰਾਜਨੀਤੀ ਹੈ ਜਿਹੜੀ ਉਹ ਕਿਤੇ ਨਾ ਕਿਤੇ
ਸਿਰਫ ਤੇ ਸਿਰਫ ਇਹ ਹੋ ਗਈ ਵੀ ਮੌਕਾ ਪ੍ਰਸਤੀ ਤੇ ਅਸੀਂ ਵੋਟ ਨੂੰ ਫਰੈਗਮੈਂਟ ਕਰਨ ਲਈ ਲੋਕਾਂ ਨੂੰ ਆਪਸ 'ਚ ਵੰਡ ਕੇ ਵੋਟ ਹਾਸਲ ਕਰਨ ਦੀ ਕੋਸ਼ਿਸ਼ ਰਹੇਗੀ, ਨਾ ਕਿ ਅਸੀਂ ਆਪਦੀਆਂ ਨੀਤੀਆਂ ਦੇ ਆਧਾਰ ਤੇ, ਅਸੀਂ ਆਪਦੇ ਕੰਮਾਂ ਦੇ ਆਧਾਰ ਤੇ, ਅਸੀਂ ਆਪਦੀ ਵਿਚਾਰਧਾਰਾ ਦੇ ਆਧਾਰ ਤੇ ਵੋਟ ਲਈਏ। ਉਹ ਖਤਮ ਹੋ ਗਿਆ। ਬਿਲਕੁਲ ਬਿਲਕੁਲ। ਢੀਂਡਸਾ ਸਾਹਿਬ, ਪਿਛਲੇ ਦਿਨਾਂ ਦੀ ਗੱਲ ਕਰ ਲਈਏ, ਨਵਜੋਤ ਸਿੰਘ ਸਿੱਧੂ ਬੜੇ ਬਾਗੀ ਹੋਏ ਸੀ ਕਾਂਗਰਸ 'ਚ, ਤੇ ਇਹ ਗੱਲਾਂ ਵੀ ਆ ਰਹੀਆਂ ਸੀ ਸਾਹਮਣੇ ਕਿ ਆਮ ਆਦਮੀ ਪਾਰਟੀ 'ਚ ਬਾਜ਼ੀ ਮਾਰ ਸਕਦੇ ਆ, ਛਾਲ ਮਾਰ ਸਕਦੇ ਆ, ਪਰ ਥੋੜੇ ਜਿਹੇ ਸਮੀਕਰਨ ਬਦਲੇ ਕਿ ਸਿੱਧੂ ਪੰਜਾਬ ਪ੍ਰਧਾਨ ਬਣ ਗਏ ਕਾਂਗਰਸ ਦੇ। ਕੀ ਕੋਈ ਫਰਕ ਪਊਗਾ ਪੰਜਾਬ ਨੂੰ? ਕੀ ਫਰਕ ਪਊਗਾ ਕਾਂਗਰਸ ਨੂੰ ਪੰਜਾਬ ਦੇ ਪ੍ਰਧਾਨ ਬਣਨ ਤੇ ਉਹਨਾਂ ਦੇ? ਦੇਖੋ, ਸਿੱਧੂ ਸਾਹਿਬ ਦੀ ਜਿਹੜੀ ਗੱਲ ਲੋਕਾਂ ਵਿੱਚ ਜ਼ਿਆਦਾ ਚੱਲ ਸੀ, ਜਿਹੜੇ ਮੁੱਦੇ ਚੱਕੇ ਸੀ ਉਹਨਾਂ ਨੇ, ਸੂਬੇ ਦੇ ਸਰੋਤਾਂ ਦੀ ਹੋ ਰਹੀ ਲੁੱਟ, ਬਿਲਕੁਲ, ਸੂਬੇ ਵਿੱਚ ਮਹਿੰਗੀ ਬਿਜਲੀ ਅਤੇ ਬਾਈਬਲ ਕਲਾਂ ਗੋਲੀ ਕਾਂਡ, ਬਿਲਕੁਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਤੇ ਹੋਰ ਕਿੰਨੇ ਮੁੱਦੇ ਉਹਨਾਂ ਨੇ ਚੱਕੇ, ਤੇ ਜਿਹਦੇ ਕਰਕੇ ਲੋਕਾਂ ਨੂੰ ਸ਼ਾਇਦ ਸੀ ਵੀ ਸ਼ਾਇਦ ਸਿੱਧੂ ਸਾਹਿਬ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਨੂੰ ਇਨਸਾਫ ਦਿਵਾਉਣਗੇ ਆ, ਇਹਦੇ ਤੇ ਇਹਨਾਂ ਨੂੰ ਹੱਲ ਕਰਾਉਣ ਲਈ ਪਹਿਰਾ ਦੇਣਗੇ। ਸੋ ਅੱਜ ਹੁਣ ਸਿੱਧੂ ਸਾਹਿਬ ਪ੍ਰਧਾਨ ਬਣ ਗਏ ਪਾਰਟੀ ਦੇ, ਜਿਹੜੀ ਪਾਰਟੀ ਦੀ ਸੱਤਾ ਹੈ ਪੰਜਾਬ 'ਚ। ਬਿਲਕੁਲ, ਹੁਣ ਤਾਂ ਸਿੱਧੂ ਸਾਹਿਬ ਨੂੰ ਕਰਕੇ ਦਿਖਾਉਣਾ ਪਏਗਾ ਚੋਣਾਂ ਤੋਂ ਪਹਿਲਾਂ, ਜੇ ਉਹ ਲੋਕਾਂ ਦਾ ਵਿਸ਼ਵਾਸ ਜਿੱਤਣਾ ਚਾਹੁੰਦੇ ਹੈ ਜਾਂ ਜੇ ਉਹ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦੇ ਹੈ, ਤਾਂ ਫਿਰ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਜਿਹੜੀਆਂ ਹੁਣ ਤੱਕ ਉਹ ਕਹਿੰਦੇ ਰਹੇ ਹੈ, ਉਹਨਾਂ ਨੂੰ ਇਹ ਪੂਰੀਆਂ ਕਰਕੇ ਦਿਖਾਉਣੀਆਂ ਪੈਣਗੀਆਂ। ਅਗਲੇ 6 ਮਹੀਨਿਆਂ 'ਚ ਕੋਈ ਨਾ ਕੋਈ ਉਹਦੇ 'ਤੇ ਐਕਸ਼ਨ ਦਿਖਾਉਣਾ ਪਊਗਾ। ਤੇ ਇਹ ਜਿਹੜਾ ਹੈ ਇਹ ਗੱਲਾਂ ਲੋਕ ਹੁਣ ਜਦ ਇਲੈਕਸ਼ਨ ਆਉਣਗੀਆਂ ਸਵਾਲ ਕਰਨਗੇ। ਇੱਕ ਗੱਲ ਹੋਰ ਸਾਹਮਣੇ ਆਉਂਦੀ ਹੈ, ਜੇਕਰ ਲੋਕਾਂ ਦੀ ਗੱਲ ਕਰੀਏ, ਲੋਕ ਇਹ ਗੱਲ ਕਹਿੰਦੇ ਹੈ ਕਿ ਇੱਕ ਚਿਹਰਾ ਲੁਕਾ ਕੇ ਦੂਜਾ ਚਿਹਰਾ ਅੱਗੇ ਕਰ ਦਿੱਤਾ ਗਿਆ। ਇਹ ਰਾਜਨੀਤੀ ਹੈ? ਇਹ ਰਾਜਨੀਤੀ ਕੀ ਹੈ ਵੀ ਉਹਨਾਂ ਨੂੰ ਇਹ ਮਹਿਸੂਸ ਹੋ ਗਿਆ ਵੀ ਅੱਜ ਕੈਪਟਨ ਅਮਰਿੰਦਰ ਸਿੰਘ ਸਾਡੇ ਵਾਸਤੇ ਲਾਇਬਿਲਿਟੀ ਬਣ ਗਏ। ਬਿਲਕੁਲ, ਵੀ ਅਸੀਂ ਸਾਰੀ ਜਿਹੜੀ ਲੋਕਾਂ ਦੀ ਨਾਰਾਜ਼ਗੀ ਹੈ ਉਹ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਤੇ ਪਾ ਕੇ ਉਹ ਪੂਰੀ ਕਾਂਗਰਸ ਪਾਰਟੀ ਸੁਰਖਰੂ ਹੋਣਾ ਚਾਹੁੰਦੀ ਹੈ ਵੀ ਇਹਦਾ ਜੀ ਇਕੱਲੇ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਨੇ, ਸਾਡੀ ਕੋਈ ਗਲਤੀ ਨਹੀਂ। ਜਿਨ੍ਹਾਂ ਦੇ 80 MLA ਹੈ, ਜਿਨ੍ਹਾਂ ਨੇ ਨਾਲ ਬਹਿ ਕੇ ਨੀਤੀ ਘੜੀ, ਜਿਨ੍ਹਾਂ ਨੇ ਜਿਸ ਪਾਰਟੀ ਦੀ ਸਰਕਾਰ ਚੱਲ ਰਹੀ ਹੈ, ਉਹ ਕਿਵੇਂ ਉਸ ਗੱਲ ਤੋਂ ਸੁਰਖਰੂ ਹੋ ਸਕਦੇ, ਕਿਵੇਂ ਕੈਪਟਨ ਅਮਰਿੰਦਰ ਸਿੰਘ ਇਕੱਲੇ ਤੇ ਜ਼ਿੰਮੇਵਾਰੀ ਪਾ ਸਕਦੇ ਆ। ਸੋ ਉਹਨਾਂ ਦੀ ਕੋਸ਼ਿਸ਼ ਹੈ ਵੀ ਅਸੀਂ ਸਾਰੀ ਐਂਟੀ ਜਿਹੜੀ ਹੈ ਗਵਰਨਮੈਂਟ ਜਾਂ ਐਂਟੀ ਇਸਟੈਬਲਿਸ਼ਮੈਂਟ ਜਿਹੜੀ ਨਾਰਾਜ਼ਗੀ ਹੈ, ਉਹ ਸਾਰੀ ਅਸੀਂ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਤੇ ਪਾ ਕੇ ਸਿੱਧੂ ਨੂੰ ਇੱਕ ਨਵਾਂ ਚਿਹਰਾ ਬਣਾ ਕੇ ਵੀ ਇਹਨਾਂ ਦਾ ਇਹ ਨਵੀਂ ਦਿਸ਼ਾ ਦੇਣਗੇ। ਉਹ ਸ਼ਾਇਦ ਉਹਨਾਂ ਦੇ ਮਨ 'ਚ ਇਹੀ ਚੀਜ਼ ਸੋਚ ਕੇ ਉਹਨੇ ਕੀਤਾ, ਪਰ ਇਹ ਸਫਲ ਨਹੀਂ ਹੋਣ ਵਾਲੀ। ਇਹਨਾਂ ਦੇ MLA ਵੀ ਉਹੀ ਨੇ, ਇਹਨਾਂ ਦੇ ਥੱਲੇ ਗਰਾਊਂਡ ਲੈਵਲ ਦੇ ਲੀਡਰ ਵੀ ਉਹੀ ਨੇ, ਤੇ ਜਿਨ੍ਹਾਂ ਦੇ ਖਿਲਾਫ ਨਾਰਾਜ਼ਗੀ ਹੈ, ਕਿੰਨੇ MLA ਨੂੰ ਬਦਲ ਦੇਣਗੇ? ਕੀ ਇਹ ਸਾਰਾ ਜਥੇਬੰਦਕ ਢਾਂਚਾ ਸਾਰਾ ਚੇਂਜ ਕਰ ਦੇਣਗੇ? ਜਿਹੜੀ ਹੈ ਮਸ਼ੀਨਰੀ ਤਾਂ ਉਹੀ ਹੈ ਨਾ। ਬਿਲਕੁਲ, ਜੇ ਕਾਰ ਹੈ, ਜੇ ਤੁਸੀਂ ਕੋਈ ਕਾਰ ਰੇਸ 'ਚ ਦੌੜਦੀ ਹੈ, ਤੁਸੀਂ ਇਕੱਲੇ ਡਰਾਈਵਰ ਬਦਲਣ ਨਾਲ ਨਹੀਂ ਰੇਸ ਜਿੱਤ ਸਕਦੇ, ਤੁਹਾਨੂੰ ਕਾਰ ਵੀ ਓਵਰਹੌਲ ਕਰਨੀ ਪਊਗੀ। ਪਰ ਕਾਰ ਇਹਨਾਂ ਦੀ ਤਾਂ ਗੱਡੀ ਤਾਂ ਉਹੀ ਹੈ। ਸਿੱਧੂ ਸਾਹਿਬ ਕਿੰਨਾ ਕੁ ਭਜਾ ਲੈਣਗੇ ਉਹਨੂੰ? ਕੀ ਲੱਗਦਾ ਕਿ ਸਿੱਧੂ ਸਾਹਿਬ ਦਾ ਕਿਰਦਾਰ ਕਿਵੇਂ ਦਾ ਰਹਿੰਦਾ ਹੈ? ਕਈ ਲੋਕ ਤਾਂ ਇਹ ਕਹਿੰਦੇ ਹੈ ਕਿ ਉਹ ਇੱਕ ਪਾਲੇ 'ਚ ਟਿਕ ਕੇ ਬੈਠ ਨਹੀਂ ਸਕਦੇ, ਕਦੇ ਦੂਜੇ ਪਾਲੇ 'ਚ, ਕਦੇ ਤੀਸਰੇ 'ਚ। ਕਹਿੰਦੇ ਜਿਹੜਾ ਉਹਨਾਂ ਨੂੰ ਲੱਗਦਾ ਹੈ ਕਿ ਇਹ ਪਾਰਟੀ ਥੋੜ੍ਹੀ ਜ਼ਿਆਦਾ ਉੱਭਰ ਰਹੀ ਹੈ, ਜ਼ਿਆਦਾ ਉੱਠ ਰਹੀ ਹੈ, ਉੱਧਰ ਨੂੰ ਸਿੱਧੂ ਸਾਹਿਬ ਪੱਲਾ ਝਾੜ ਲੈਂਦੇ ਆਪਣਾ। ਕੀ ਐਸੀ ਗੱਲ ਹੈ? ਦੇਖੋ, ਮੈਂ ਕਿਸੇ ਦੇ ਵੀ ਕਿਰਦਾਰ 'ਤੇ ਅੱਜ ਤੱਕ ਕਦੇ ਸਵਾਲ ਨਹੀਂ ਖੜੇ ਕੀਤੇ, ਨਾ ਹੀ ਮੇਰੀ ਹੈਗੀ। ਇਹ ਤਾਂ ਗੱਲਾਂ ਆਉਣ ਵਾਲੇ ਸਮੇਂ ਸਾਹਮਣੇ ਆਉਣਗੇ। ਦੇਖੋ, ਹੁਣ ਤੱਕ ਸਿੱਧੂ ਸਾਹਿਬ ਇਹ ਕਹਿ ਸਕਦੇ ਸੀ ਵੀ ਮੇਰੇ ਕੋਲ ਸੱਤਾ ਨਹੀਂ ਆਈ, ਜੇ ਆਈ ਵੀ ਤਾਂ ਮੈਨੂੰ ਚੱਲਣ ਨਹੀਂ ਦਿੱਤਾ। ਥੋੜ੍ਹਾ ਸਮੇਂ ਮਿਨਿਸਟਰ ਰਹੇ, ਪਰ ਚਾਹੇ MP ਰਹੇ, MLA ਰਹੇ, ਉਹ ਸੱਤਾ 'ਚ ਨਹੀਂ ਸੀ। ਸੋ ਹੁਣ ਤੱਕ ਤਾਂ ਇਹ ਕਹਿ ਕੇ ਉਹ ਸੁਰਖਰੂ ਹੋ ਸਕਦੇ ਸੀ, ਪਰ ਹੁਣ ਜਿਹੜੀ ਅਸਲ ਉਹਨਾਂ ਦੀ ਜਿਹੜੀ ਹੈ ਇੱਕ ਚੈਲੰਜ ਜਾਂ ਉਹਨਾਂ ਦੀ ਪ੍ਰੀਖਿਆ ਦੀ ਘੜੀ ਆਈ ਹੈ। ਹੁਣ ਇਹਦੇ ਵਿੱਚ ਕਿਵੇਂ ਪਰਫਾਰਮ ਕਰਦੇ, ਫਿਰ ਅਸੀਂ ਜਾਂ ਲੋਕ ਉਹਨੂੰ ਜੱਜ ਉਸ ਹਿਸਾਬ ਨਾਲ ਕਰ ਸਕਣਗੇ ਕਿ ਉਹਨਾਂ ਦੀ ਕਿਵੇਂ ਪਰਫਾਰਮੈਂਸ ਰਹੀ ਹੈ। ਸੋ ਅੱਜ ਕੋਈ ਸਿਰਫ ਇਸ ਗੱਲ 'ਤੇ ਕੀ ਉਹਨਾਂ ਦੀ ਮਜਬੂਰੀਆਂ ਹੀ ਕਿਉਂ ਹੋ ਗਏ, ਉਹ ਤਾਂ ਉਹ ਦੱਸ ਸਕਦੇ ਆ, ਪਰ ਲੋਕਾਂ ਦੀ ਅਸਲ ਦੇ ਵਿੱਚ ਤਾਂ ਜਿਹੜਾ ਜੱਜ ਕਰਨ ਲਈ ਉਹਨਾਂ ਦੇ ਐਕਸ਼ਨ ਸਪੀਕ ਲਾਊਡਰ ਦੈਨ ਵਰਡਸ। ਇਹ ਅੰਗਰੇਜ਼ੀ ਦੀ ਕਹਾਵਤ। ਤੁਹਾਡੀ ਜੋ ਕਾਰਵਾਈ ਉਹ ਬੋਲਣੀ ਚਾਹੀਦੀ ਹੈ, ਨਾ ਕਿ ਤੁਹਾਡੀ ਜ਼ੁਬਾਨ 'ਚੋਂ ਕਹੀ ਗੱਲ। ਇਹ ਤਾਂ ਉਹਨਾਂ ਦੇ ਹੁਣ ਐਕਸ਼ਨ ਦੱਸਣਗੇ ਕੀ ਕਰਦੇ। ਇੱਕ ਜੇਕਰ ਆਪਾਂ ਹੁਣ, ਮੇਰਾ ਇੱਕ ਆਖਰੀ ਜਿਹਾ ਸਵਾਲ ਕਿ 2022 ਨੂੰ ਲੈ ਕੇ ਕਿੰਨੀ ਕੁ ਤਿਆਰੀ ਹੈ ਪਰਮਿੰਦਰ ਸਿੰਘ ਢੀਂਡਸਾ ਦੀ, ਸੁਖਦੇਵ ਸਿੰਘ ਢੀਂਡਸਾ ਦੀ? ਕਿ ਪੰਜਾਬ ਜੇਕਰ ਸੱਤਾ ਹਾਸਲ ਨਹੀਂ ਵੀ ਕਰ ਪਾਉਂਦੇ, ਫਿਰ ਅਗਲੀ ਰਣਨੀਤੀ ਕੀ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਹੈ, ਜਦ ਦੀ ਅਸੀਂ ਪਾਰਟੀ ਬਣਾਈ ਹੈ, ਤਕਰੀਬਨ ਉਦੋਂ ਦਾ ਹੀ ਪੰਜਾਬ ਦੇ ਵਿੱਚ ਜਿਹੜੀ ਕੋਈ ਸਿਆਸੀ ਸਟੇਬਿਲਿਟੀ ਨਹੀਂ ਰਹੀ। ਬਿਲਕੁਲ, ਪਹਿਲਾਂ
ਜਿਹੜਾ ਪਿਛਲੇ ਸਾਲ ਕਰੋਨਾ ਆ ਗਿਆ, ਫਿਰ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਕਾਨੂੰਨ ਲਿਆਂਦੇ ਤਾਂ ਕਿਸਾਨ ਸੰਘਰਸ਼ ਸ਼ੁਰੂ ਹੋ ਗਿਆ। ਸੋ ਅਸੀਂ ਕੋਈ ਸਿਆਸੀ ਗਤੀਵਿਧੀ ਵੀ ਨਹੀਂ ਕਰ ਸਕਦੇ ਸੀ, ਨਾ ਹੀ ਸਾਡੀ ਕਰਨੀ ਬਣਦੀ ਸੀ। ਬਿਲਕੁਲ। ਤੇ ਫਿਰ ਜਦ ਦੁਬਾਰੇ ਕਰੋਨਾ ਆ ਗਿਆ, ਸੋ ਇਸ ਕਰਕੇ ਕੋਈ ਸਿਆਸੀ ਗਤੀਵਿਧੀਆਂ ਉਸ ਤਰੀਕੇ ਨਾਲ ਜਿਵੇਂ ਨਵੀਂ ਪਾਰਟੀ ਨੂੰ ਕਰਨੀਆਂ ਪੈਂਦੀਆਂ ਨੇ ਉਹ ਨਾ ਕਰ ਸਕੇ ਅਸੀਂ, ਜਿਹਦੇ ਕਰਕੇ ਸਾਨੂੰ ਥੋੜ੍ਹੀ ਮੋਟੀ ਸੈਟਬੈਕ ਤਾਂ ਜ਼ਰੂਰ ਲੱਗੀ ਹੈ। ਜੇ ਕਿਤੇ ਇਹ ਚੀਜ਼ਾਂ ਨਾ ਹੁੰਦੀਆਂ ਸ਼ਾਇਦ ਅਸੀਂ ਹੁਣ ਤੱਕ ਪਾਰਟੀ ਸੰਗਠਿਤ ਵੀ ਕਰ ਲੈਂਦੇ ਤੇ ਆਪਦੀ ਸਾਰੀਆਂ ਚੀਜ਼ਾਂ ਨੂੰ ਲੈ ਕੇ ਗਰਾਊਂਡ ਲੈਵਲ ਤੇ ਵੀ ਕੰਮ ਕਰ ਸਕਦੇ ਸੀ। ਚਲੋ ਉਹ ਤਾਂ ਜੋ ਉਸ ਅਕਾਲ ਪੁਰਖ ਨੂੰ ਮਨਜ਼ੂਰ ਹੈ, ਪਰ ਅਸੀਂ ਇੱਕ ਚੀਜ਼ ਲੈ ਕੇ ਚੱਲੇ ਹਾਂ ਵੀ ਜਿਹੜੀ ਸਿਧਾਂਤਾਂ ਦੀ ਅਸੀਂ ਗੱਲ ਕਰਦੇ ਹਾਂ ਉਹਦੇ ਤੇ ਡਟ ਕੇ ਪਹਿਰਾ ਦੇਣਾ, ਤੇ ਫਿਰ ਸੱਤਾ ਉਹ ਚੋਂ ਨਿਕਲਦੀ ਹੈ ਨਹੀਂ ਨਿਕਲਦੀ ਇਹ ਤਾਂ ਸਮਾਂ ਦੱਸੇਗਾ। ਪਰ ਜੇ ਅਸੀਂ ਆਪਦੇ ਉਹਨਾਂ ਤੇ ਸਿਧਾਂਤਾਂ ਤੇ ਸੋਚ ਤੇ ਵਿਚਾਰਧਾਰਾ ਤੇ ਪਹਿਰਾ ਦਈਏ, ਮੈਂ ਸਮਝਦਾ ਹੌਲੀ ਹੌਲੀ ਲੋਕ ਸਾਡੇ ਤੇ ਵਿਸ਼ਵਾਸ ਕਰਨਗੇ। ਮੈਂ ਨਹੀਂ ਕਹਿ ਸਕਦਾ ਵੀ ਰਾਤੋਂ ਰਾਤ ਸਾਡੇ ਤੇ ਵਿਸ਼ਵਾਸ ਕਰ ਲੈਣਗੇ, ਸਮਾਂ ਲੱਗਦਾ, ਪਰ ਕਿਉਂਕਿ ਅਸੀਂ ਬਾਦਲ ਪਰਿਵਾਰ ਨੂੰ ਛੱਡ ਕੇ ਆਏ ਹਾਂ, ਕਿਤੇ ਨਾ ਕਿਤੇ ਉਹ ਵੀ ਲੋਕ ਸ਼ੰਕੇ ਕਰਦੇ ਆ। ਪਰ ਅਸੀਂ ਜਿਹੜਾ ਹੈ ਸਾਡਾ ਨਿਸ਼ਾਨਾ ਇਹੀ ਹੈ ਵੀ ਜਿਵੇਂ ਢੀਂਡ ਸਾਹਿਬ ਨੇ ਕਿਹਾ ਵੀ ਅਸੀਂ ਲੰਮੀ ਲੜਾਈ ਜਿਹੜੀ ਹੈ ਆਪਦੀ ਪੰਥ ਦੀ ਆਪਦੀ ਪਾਰਟੀ ਦੀ ਅਸੀਂ ਲੜਾਂਗੇ, ਤੇ ਉਹਦੇ ਕੀ ਸਿੱਟੇ ਨੇ ਕੀ ਨਤੀਜੇ ਨੇ ਉਹ ਆਉਣ ਵਾਲੇ ਸਮੇਂ 'ਚ। ਅਕਾਲੀ ਦਲ ਜਦ ਬਣੀ ਸੀ, ਅਕਾਲੀ ਦਲ ਤਾਂ ਨਿਕਲੀ ਸੰਘਰਸ਼ 'ਚੋਂ ਸੀਗੀ। ਅਕਾਲੀ ਦਲ ਨੇ ਤਾਂ ਜਾ ਕੇ ਦੇਖੋ 1920 ਤੋਂ ਲੈ ਕੇ ਤਕਰੀਬਨ 1970 ਦੇ ਨੇੜੇ ਗੇੜ ਤੱਕ ਸੰਘਰਸ਼ ਹੀ ਕੀਤਾ 50 ਸਾਲ। ਸੱਤਾ ਤਾਂ ਉਸ ਤੋਂ ਬਾਅਦ 'ਚ ਜਿਹੜੀ ਅਕਾਲੀ ਦਲ ਸੱਤਾ 'ਚ ਆਈ ਹੈ। ਸੋ ਅਕਾਲੀ ਦਲ ਸੰਘਰਸ਼ 'ਚੋਂ ਨਿਕਲੀ ਹੈ ਤੇ ਸੰਘਰਸ਼ ਸਮਝਦਾ ਸ਼ਾਇਦ ਸਾਨੂੰ ਵੀ ਇਹ ਕਿਤੇ ਨਾ ਕਿਤੇ ਅੱਜ ਸੰਘਰਸ਼ ਕਰਨ ਦੀ ਲੋੜ ਹੈ। ਅਸੀਂ ਪਾਰਟੀ ਦੇ ਆਈਡੀਓਲੋਜੀ ਨੂੰ ਲੈ ਕੇ ਅੱਗੇ ਤੋਰਾਂਗੇ ਤੇ ਹੌਲੀ ਹੌਲੀ ਮੈਨੂੰ ਪੂਰਾ ਵਿਸ਼ਵਾਸ ਹੈ ਵੀ ਲੋਕ ਸਾਡੇ ਨਾਲ ਜੁੜਨਗੇ। ਬਿਲਕੁਲ। ਇੱਕ ਮੈਨੂੰ ਬੜੀ ਖਾਸ ਗੱਲ ਲੱਗੀ ਢੀਂਡਸਾ ਸਾਹਿਬ, ਜਾਂਦੇ ਜਾਂਦੇ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੂੰਗਾ ਕਿ ਇੱਕ ਗੱਲ ਬੜੀ ਖਾਸ ਹੈ ਤੁਹਾਡੀ ਕਿ ਜੇ ਕੋਈ ਵੀ ਤੁਹਾਨੂੰ ਫੋਨ ਕਰਦਾ ਹੈ, ਤੁਹਾਡੇ ਪੇਜ ਦੇ ਉੱਪਰ ਨੰਬਰ ਪਾਇਆ ਹੋਇਆ, ਕੋਈ ਵੀ ਫੋਨ ਕਰਦਾ ਤੁਸੀਂ ਫੋਨ ਆਪ ਪਿਕ ਕਰਦੇ ਹੋ। ਇੰਨੇ ਗਰਾਊਂਡ ਲੈਵਲ ਨਾਲ ਕਿਵੇਂ ਜੁੜੇ ਹੋਏ ਹੋ ਤੁਸੀਂ? ਕਿਉਂਕਿ ਕੋਈ ਹਾਰਿਆ ਹੋਇਆ ਵੀ ਕੋਈ ਰਾਜਨੀਤੀ ਬੰਦਾ ਹੈ ਤਾਂ ਉਹ ਬੰਦਾ ਆਪਣੇ ਪੀਏ ਰੱਖੂਗਾ ਕੋਲੇ, ਪਰ ਇਹ ਤੁਸੀਂ ਫੋਨ ਆਪਣਾ ਕਿਉਂ ਚੱਕਦੇ ਹੋ? ਕੋਈ ਵੀ ਬੰਦਾ ਤੁਹਾਨੂੰ ਫੋਨ ਕਰ ਲਈ ਤਾਂ ਤੁਸੀਂ ਖੁਦ ਚੱਕਦੇ ਹੋ। ਦੇਖੋ ਮੇਰੀ ਕੋਸ਼ਿਸ਼ ਤਾਂ ਇਹੀ ਹੁੰਦੀ ਹੈ, ਵੈਸੇ ਤਾਂ ਕਈ ਵਾਰ ਹੁੰਦਾ ਮੈਥੋਂ ਨਹੀਂ ਚੱਕਿਆ ਜਾਂਦਾ, ਮੈਂ ਕਿਤੇ ਬਿਜ਼ੀ ਹਾਂ ਜਾਂ ਕੁਝ ਹੋਰ, ਪਰ ਜਦ ਵੀ ਚੱਕਦਾ ਮੇਰਾ ਫੋਨ ਮੈਂ ਆਪ ਹੀ ਚੱਕਦਾ। ਮੇਰੇ ਪੀਏ ਦਾ ਅੱਡ ਨੰਬਰ ਹੈ, ਜੇ ਕਿਤੇ ਮੇਰਾ ਕੋਈ ਸਪੋਜ਼ ਬੰਦ ਹੈ ਜਾਂ ਕੁਝ ਹੋਰ ਹੈ, ਜਿਹੜੇ ਮੇਰੇ ਨਾਲ ਨੇ ਉਹਨੂੰ ਪਤਾ ਵੀ ਫਿਰ ਉਹ ਪੀਏ ਨੂੰ ਕਰਨਗੇ, ਨਹੀਂ ਮੈਨੂੰ ਸਿੱਧਾ ਕਰਦੇ ਨੇ। ਤੇ ਇਹ ਤਾਂ ਸਾਡੀ ਡਿਊਟੀ ਹੈ ਜਿਹੜਾ ਕੰਮ। ਦੇਖੋ ਸਾਨੂੰ ਕੋਈ ਨਵਾਂ ਬਦਲ ਹੈ ਨਹੀਂ, ਬਦਲ ਨਹੀਂ, ਬਹੁਤ ਦੇਖੋ ਹੋਰ ਵੀ ਨੇਤਾ ਹੈਗੇ ਨੇ, ਮੈਂ ਉਹੀ ਕਹਾਂ ਵੀ ਮੈਂ ਹੀ ਇਕੱਲਾ ਹੈਗਾ, ਬਹੁਤ ਨੇਤਾ ਨੇ ਜਿਹੜੇ ਡਾਇਰੈਕਟ ਆਪਦਾ ਫੋਨ ਉਠਾਉਂਦੇ ਨੇ ਮੇਰੇ ਨਾਲੋਂ। ਹਾਲਾਂਕਿ ਮੈਂ ਤਾਂ ਕਈ ਵਾਰੀ ਬੈਲ ਵੱਜਦੀ ਹੈ ਨਹੀਂ ਚੱਕਿਆ ਜਾਂਦਾ ਮੇਰੇ ਤੋਂ ਫੋਨ। ਢੀਂਡਸਾ ਸਾਹਿਬ ਮੇਰੇ ਪਿਤਾ ਜੀ ਉਹ ਹਮੇਸ਼ਾ ਫੋਨ ਚੱਕਦੇ ਵੀ ਤੇ ਕਾਲ ਬੈਕ ਵੀ ਕਰਦੇ ਆ। ਤੇ ਇਹ ਤਾਂ ਜਿਹੜਾ ਸਿਆਸਤ ਦੇ ਵਿੱਚ ਤਾਂ ਤੁਸੀਂ ਜਿੰਨਾ ਲੋਕਾਂ ਨਾਲ ਜੁੜ ਕੇ ਰਹੋਗੇ ਉਨਾ ਹੀ ਤੁਸੀਂ ਅੱਗੇ ਵੱਧ ਸਕਦੇ ਹੋ, ਨਹੀਂ ਤਾਂ ਜੇ ਤੁਸੀਂ ਲੋਕਾਂ ਨਾਲ ਹੀ ਟੁੱਟ ਗਏ ਫਿਰ ਸਿਆਸਤ ਕੀਤੀ ਵੀ ਨਹੀਂ ਜਾ ਸਕਦੀ। ਸਿਆਸਤ ਤਾਂ ਲੋਕਾਂ ਦੇ ਪਿਆਰ ਦੀ ਹੈ, ਲੋਕ ਤੁਹਾਨੂੰ ਪਿਆਰ ਕਰਦੇ ਨੇ ਤਾਂ ਤੁਸੀਂ ਸਿਆਸਤ 'ਚ ਹੈਗੇ ਹੋ, ਜੇ ਲੋਕਾਂ ਦੇ ਮਨ 'ਚੋਂ ਲੈ ਗਏ ਤਾਂ ਤੁਹਾਡੀ ਸਿਆਸਤ ਖਤਮ। ਸੋ ਇਹ ਤਾਂ ਇੱਕ ਉਹਦਾ ਇੱਕ ਮੈਂ ਸਮਝਦਾ ਛੋਟਾ ਜਿਹਾ ਹਿੱਸਾ ਹੈਗਾ। ਬਿਲਕੁਲ। ਢੀਂਡਸਾ ਸਾਹਿਬ ਤੁਸੀਂ ਸੁਰਖਾਬ ਟੀਵੀ ਨੂੰ ਬਹੁਤ ਸਾਰਾ ਆਪਣਾ ਸਮਾਂ ਦਿੱਤਾ, ਕੀਮਤੀ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਮਨੀ ਜੀ, ਤੁਸੀਂ ਆਏ ਤੇ ਤੁਹਾਨੂੰ ਜੀ ਆਇਆਂ ਨੂੰ ਵੀ ਕਹਿਣਾ ਤੇ ਬਾਕੀ ਮਾਫੀ ਵੀ ਚਾਹੁੰਦਾ ਵੀ ਤੁਹਾਨੂੰ ਥੋੜਾ ਜਿਹਾ ਅੱਜ ਉਡੀਕ ਕਰਨੀ ਪਈ, ਥੋੜਾ ਬਿਜ਼ੀ ਹੋਣ ਕਰਕੇ। ਧੰਨਵਾਦ ਤੁਹਾਡਾ। ਸੋ ਦਰਸ਼ਕੋ, ਇਹ ਸੀ ਸਾਡੇ ਨਾਲ ਪੰਜਾਬ ਦੇ ਸੀਨੀਅਰ ਲੀਡਰ ਪਰਮਿੰਦਰ ਸਿੰਘ ਢੀਂਡਸਾ ਜੀ, ਜਿਨ੍ਹਾਂ ਨੇ ਬਖੂਬੀ ਪੋਲਾਂ ਖੋਲ੍ਹੀਆਂ ਬਾਦਲ ਪਰਿਵਾਰ ਦੀਆਂ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਦਾ ਜੋ ਇੱਕ ਵੱਖ ਧੜਾ ਨਿਕਲਿਆ, ਕਿਵੇਂ ਦੀਆਂ ਰਣਨੀਤੀਆਂ ਬਾਦਲ ਪਰਿਵਾਰ ਘੜਦਾ ਹੈ ਤੇ ਕਿਵੇਂ ਸੌਦਾ ਸਾਧ ਨੂੰ ਮਾਫੀ ਦੇ ਦਿੱਤੀ ਜਾਂਦੀ ਹੈ, ਜਿਨ੍ਹਾਂ ਦੀ ਨਾਰਾਜ਼ਗੀ ਜ਼ਾਹਿਰ ਕਰਕੇ ਅਸੀਂ ਪਾਰਟੀ ਤੋਂ ਵੱਖ ਹੋਏ ਤੇ ਵੱਖ ਧੜਾ ਬਣਾਇਆ। ਇਹਨਾਂ ਦਾ ਸਪਸ਼ਟ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਣਨੀਤੀ ਬਣਾਈ ਜਾਊਗੀ ਸਾਡੀ ਪਾਰਟੀ ਦੇ ਵੱਲੋਂ ਵੀ ਕਿ ਅਸੀਂ ਇਕੱਲੇ ਹੋ ਕੇ ਚੋਣਾਂ ਲੜਾਂਗੇ। ਪਿਛਲੇ ਦਿਨੀ ਸੁਖਦੇਵ ਸਿੰਘ ਢੀਂਡਸਾ ਦਾ ਬਿਆਨ ਆਉਂਦਾ ਕਿ 117 ਸੀਟਾਂ ਤੇ ਅਸੀਂ ਖੁਦ ਚੋਣਾਂ ਲੜਾਂਗੇ। ਤੇ ਦੂਸਰੇ ਪਾਸੇ ਰਾਘਵ ਚੱਡਾ ਹੋਰਾਂ ਦੀਆਂ ਜਿਵੇਂ ਕਿਆਸ ਰਾਈਆਂ, ਇਹਨਾਂ ਨੇ ਆਖਿਆ ਕਿ ਕਿਆਸ ਰਾਈਆਂ ਮੀਡੀਆ ਬਹੁਤ ਬਣਾ ਦਿੰਦਾ ਹੈ ਕਿ ਆਮ ਆਦਮੀ ਪਾਰਟੀ ਨਾਲ ਗੱਠਜੋੜ ਹੋਣ ਜਾ ਰਿਹਾ ਹੈ, ਕਿ ਜਿਵੇਂ ਦੀ ਵੀ ਰਣਨੀਤੀ ਬਣੂਗੀ ਉਹ ਸਾਰੀ ਲੋਕਾਂ ਅੱਗੇ ਰੱਖ ਦਿੱਤੀ ਜਾਊਗੀ। ਇਹਨਾਂ ਦਾ ਕਹਿਣਾ ਹੈ ਕਿ ਅਸੀਂ ਲੋਕਾਂ ਦੇ ਨਾਲ ਜੁੜੇ ਹੋਏ ਹਾਂ, ਲੋਕਾਂ ਦੇ ਮੁੱਦਿਆਂ ਨੂੰ ਸਮਝਦੇ ਹਾਂ ਤੇ ਲੋਕਾਂ ਦੀ ਸੇਵਾ ਦੇ ਵਿੱਚ ਹਰ ਪਲ ਹਾਜ਼ਰ ਵੀ ਹਾਂ। ਉਮੀਦ ਹੈ ਸਾਡੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਊਗੀ। ਜੁੜੇ ਰਹੋ ਸੁਰਖਾਬ ਟੀਵੀ ਦੇ ਨਾਲ। ਮੈਨੂੰ ਮਨੀ ਪਰਵੇਜ਼ ਨੂੰ ਦਿਓ ਇਜਾਜ਼ਤ। ਧੰਨਵਾਦ।